ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦਾ ਜਿਹੜਾ ਫੈਲਾਅ ਹੈ ਉਹ ਇਸ ਵੇਲੇ ਇੰਡੀਆ ਦੇ ਵਿੱਚ ਬਖੂਬੀ ਦੇਖਣ ਨੂੰ ਮਿਲ ਰਿਹਾ। ਜੇਕਰ ਆਪਾਂ ਗੱਲ ਕਰੀਏ ਉਸ ਦੇ ਬਚਾਅ ਦੇ ਲਈ ਇੰਡੀਅਨ ਗਵਰਨਮੈਂਟ ਨੇ ਜਿੱਥੇ ਲਾਕਡਾਊਨ ਦੀ ਅਨਾਉਂਸਮੈਂਟ ਕੀਤੀ ਹੋਈ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ, ਜਿਸ ਨੂੰ ਕਿ ਹੁਣ ਲਗਭਗ 2 ਮਹੀਨੇ ਹੋਣ ਨੂੰ ਆਏ ਨੇ। ਅਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ 2 ਮਹੀਨਿਆਂ ਦੇ ਵਿੱਚ, ਤੇ ਬਹੁਤ ਸਾਰੇ ਕਾਲਜਿਸ ਇਹੋ ਜਿਹੇ ਨੇ, ਬਹੁਤ ਸਾਰੇ ਇੰਸਟੀਟਿਊਸ਼ਨਸ ਇਹੋ ਜਿਹੇ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਲਾਕਡਾਊਨ ਦੇ ਵਿੱਚ ਜਿਹੜਾ ਹੈ ਲਾਸ ਦਾ ਸਾਹਮਣਾ ਕੀਤਾ। ਫਿਰ ਭਾਵੇਂ ਉਹ ਇਕੋਨੋਮਿਕਲ ਲਾਸ ਹੋਵੇ ਜਾਂ ਫਿਰ ਹੋਵੇ ਸਟੂਡੈਂਟਸ ਦੀ ਪੜ੍ਹਾਈ ਦਾ ਲਾਸ। ਇਹ ਲਾਸ ਜਿਹੜਾ ਹੈ ਇਹ ਕਿਸ ਤਰੀਕੇ ਨਾਲ ਪੂਰਾ ਹੋਏਗਾ ਜਾਂ ਇਹ ਲਾਸ ਦਾ ਅਸਲ ਦੇ ਵਿੱਚ ਅਸਰ ਕੀ ਹੋ ਰਿਹਾ ਹੈ, ਇਸ ਬਾਰੇ 'ਚ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਡਾਕਟਰ ਮਨੋਜ ਕੁਮਾਰ, ਜੋ ਕਿ ਪ੍ਰਿੰਸੀਪਲ ਨੇ DAV ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ। ਔਰ ਅਸੀਂ ਗੱਲ ਕਰਦੇ ਹਾਂ ਡਾਕਟਰ ਮਨੋਜ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਲਾਸ ਪੜ੍ਹਾਈ ਦਾ ਬੱਚਿਆਂ ਦਾ ਹੋ ਰਿਹਾ ਜਾਂ ਕਾਲਜ ਦਾ ਇਕੋਨੋਮਿਕਲ ਲਾਸ ਹੋ ਰਿਹਾ, ਇਸ ਦਾ ਜਿਹੜਾ ਅੱਗੇ ਇਨ ਫਿਊਚਰ 'ਚ ਕੀ ਅਸਰ ਦਿਖੇਗਾ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ TV ਦੇ ਜੀ। ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਵਾਲ ਇਹੀ ਉੱਠਦਾ ਹੈ ਕਿ ਜਿਹੜੇ ਹੁਣ ਪਿੱਛੇ ਲਾਕਡਾਊਨ ਹੁਣ 2 ਮਹੀਨੇ ਹੋਣ ਨੂੰ ਆ ਗਏ ਨੇ, ਇਸ 2 ਮਹੀਨੇ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹਾਲਾਂਕਿ ਬਹੁਤ ਸਾਰੇ ਕਾਲਜਿਸ ਇੱਦਾਂ ਦੇ ਸੀਗੇ ਜਿਨ੍ਹਾਂ ਨੇ ਔਨਲਾਈਨ ਸਟੱਡੀ ਵੀ ਸ਼ੁਰੂ ਕੀਤੀ ਹੈ, ਪਰ ਇੱਕ ਕਲਾਸਰੂਮ ਦੀ ਸਟੱਡੀ ਅਤੇ ਔਨਲਾਈਨ ਸਟੱਡੀ 'ਚ ਡਿਫਰੈਂਸ ਵੀ ਡੈਫੀਨੇਟਲੀ ਹੁੰਦਾ। ਅਤੇ ਨਾਲ ਹੀ ਨਾਲ ਇਹਨਾਂ ਕਾਲਜਿਸ ਨੂੰ ਇਕੋਨੋਮਿਕਲ ਲਾਸ ਵੀ ਕਾਫੀ ਦੇਖਣ ਨੂੰ ਮਿਲੇ। ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ? ਜਿੱਥੋਂ ਤੱਕ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਗੱਲ ਹੈ, ਬਹੁਤ ਸਾਰੇ ਇੰਸਟੀਟਿਊਸ਼ਨਸ ਨੇ ਜਿਹੜੀ ਔਨਲਾਈਨ ਸਟੱਡੀਜ਼ ਹੈ ਉਹਨੂੰ ਸਵਿਚ ਕੀਤਾ ਔਰ ਉਹਦੇ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਮੁਕੰਮਲ ਕਰਾਉਣ ਦੀ ਕੋਸ਼ਿਸ਼ ਕੀਤੀ। ਡੇਵੀਏਟ ਵੀ ਇੱਕ ਅਜਿਹਾ ਇੰਸਟੀਟਿਊਸ਼ਨ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਪਹਿਲੇ ਦਿਨ ਤੋਂ ਲੋਕਡਾਊਨ ਤੋਂ ਬਾਅਦ ਸਾਰਿਆਂ ਨੂੰ ਔਨਲਾਈਨ ਐਜੂਕੇਸ਼ਨ ਦੇ ਰਾਹੀਂ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਕਾਲਜਿਸ ਨੇ, ਸਕੂਲਸ ਨੇ, ਯੂਨੀਵਰਸਿਟੀਜ਼ ਨੇ, ਉਹ ਲੋਕਡਾਊਨ ਦੇ ਦੌਰਾਨ ਬੰਦ ਨਹੀਂ ਹੋਈਆਂ, ਕਿਉਂਕਿ ਉਹਨਾਂ ਦੀ ਸਿਰਫ ਬਿਲਡਿੰਗਸ ਬੰਦ ਹੋਈਆਂ। ਉਹਨਾਂ ਦੇ ਅੰਦਰ ਜਿਹੜੀ ਪੜ੍ਹਾਈ ਦਾ ਕੰਮ ਸੀਗਾ ਉਹ ਰੈਗੂਲਰ ਤੌਰ 'ਤੇ ਚੱਲਦਾ ਰਿਹਾ। ਹਾਂ, ਇੱਥੇ ਇਹ ਚੀਜ਼ ਜ਼ਰੂਰ ਹੈ ਕਿ ਕੁਛ ਇੰਸਟੀਟਿਊਸ਼ਨਸ ਦੇ ਸਟਾਫ ਜ਼ਿਆਦਾ ਜਾਂ ਸਟੂਡੈਂਟਸ ਜ਼ਿਆਦਾ ਟੈਕ ਸੈਵੀ ਨਹੀਂ ਸੀਗੇ, ਉਹਨਾਂ ਨੂੰ ਇਹ ਦਿੱਕਤਾਂ ਥੋੜ੍ਹੀ ਜ਼ਿਆਦਾ ਆਈਆਂ। ਔਰ ਜਿਹੜੇ ਇੰਸਟੀਟਿਊਸ਼ਨਸ ਦੇ ਕੋਲ ਇਨਫਰਾਸਟਰਕਚਰ ਜ਼ਿਆਦਾ ਅੱਛਾ ਸੀ ਜਾਂ ਉਹਨਾਂ ਦੇ ਸਟਾਫ ਦੇ ਕੋਲ ਇਹਨਾਂ ਕੋਰਸਿਸ ਨੂੰ ਪਹਿਲਾਂ ਵੀ ਲਾਕਡਾਊਨ ਤੋਂ ਪਹਿਲਾਂ ਵੀ ਜੋ ਔਨਲਾਈਨ ਸਟੱਡੀਜ਼ ਨੂੰ ਯੂਜ਼ ਕਰਦੇ ਰਹੇ, ਤਾਂ ਉਹਨਾਂ ਇੰਸਟੀਟਿਊਸ਼ਨਸ ਨੂੰ ਇਹ ਦਿੱਕਤਾਂ ਜ਼ਰੂਰ ਥੋੜ੍ਹੀਆਂ ਘੱਟ ਆਈਆਂ ਬਨਿਸਬਤ ਕਿ ਜਿਹੜੇ ਉਹ ਇੰਸਟੀਟਿਊਸ਼ਨਸ ਜਿਨ੍ਹਾਂ ਨੂੰ ਇਹਨਾਂ ਦਾ ਐਕਸਪੋਜਰ ਬਹੁਤ ਘੱਟ ਸੀ, ਉਹਨਾਂ ਦੇ ਸਟਾਫ ਨੂੰ, ਉਹਨਾਂ ਦੇ ਸਟੂਡੈਂਟਸ ਨੂੰ। ਔਰ ਦੂਸਰੀ ਪ੍ਰੋਬਲਮ ਜਿਹੜੀ ਇੱਥੇ ਆਈ ਹੈ ਉਹ ਹੈ ਡਿਜੀਟਲ ਡਿਵਾਈਡ ਦੀ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਐਸੇ ਹੈ ਜਿਨ੍ਹਾਂ ਦੇ ਕੋਲ ਇਹਨਾਂ ਇਲੈਕਟ੍ਰੋਨਿਕ ਗੈਜਟਸ ਦੀ ਐਕਸੈਸ ਨਹੀਂ ਸੀ। ਕਈਆਂ ਦੇ ਕੋਲ ਸਮਾਰਟਫੋਨ ਨਹੀਂ ਸੀ, ਕਈਆਂ ਦੇ ਕੋਲ ਡੈਸਕਟਾਪ ਨਹੀਂ ਸੀ। ਔਰ ਕੁਛ ਲੋਕ ਐਸੀ ਜਗ੍ਹਾ ਦੇ ਉੱਪਰ ਰਹਿੰਦੇ ਹੈ ਜਿੱਥੇ ਇੰਟਰਨੈਟ ਐਕਸੈਸ ਦੀ ਜ਼ਿਆਦਾ ਇਸ਼ੂਜ਼ ਸੀਗੇ, ਔਰ ਉਹ ਲੋਕ ਇੰਟਰਨੈਟ ਕਨੈਕਟੀਵਿਟੀ ਅੱਛੀ ਨਾ ਹੋਣ ਦੇ ਕਾਰਨ ਉਹ ਲੈਕਚਰਸ ਨੂੰ ਬਹੁਤ ਅੱਛੇ ਤਰੀਕੇ ਨਾਲ ਅਟੈਂਡ ਨਹੀਂ ਕਰ ਸਕੇ। ਸਾਡੇ ਦੇਸ਼ 'ਚ ਹਾਲੇ ਵੀ ਸਿਰਫ 24% ਲੋਕ ਹੈ ਜਿਨ੍ਹਾਂ ਦੇ ਕੋਲ ਸਮਾਰਟ ਫੋਨਸ ਹੈ, ਔਰ 20 ਤੋਂ 25% ਦੇ ਕਰੀਬ ਹੀ ਲੋਕ ਹਨ ਜਿਨ੍ਹਾਂ ਦੇ ਕੋਲ ਘਰ ਆਪਣੇ ਡੈਸਕਟਾਪ ਜਾਂ ਇੱਕ ਲੈਪਟਾਪ ਦੀ ਜਿਹੜੀ ਐਕਸੈਸ ਹੈ ਉਹ ਹੈ। ਇਹ ਕੁਛ ਕਾਰਨ ਸੀਗੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਮੈਂ ਸਮਝਦਾ ਕਿ ਜਿਹੜਾ ਔਨਲਾਈਨ ਲੈਕਚਰਿੰਗ ਦਾ ਜਿਹੜਾ ਮਟੀਰੀਅਲ ਹੈ ਜਾਂ ਇਹ ਜੋ ਟੈਕਨੀਕ ਹੈ ਉਹ ਇੰਨੀ ਕਾਮਯਾਬ ਨਹੀਂ ਹੋ ਸਕੀ, ਕਿਉਂਕਿ ਜਿਹੜਾ ਸਾਡਾ ਦੇਸ਼ ਹੈ ਉਹ ਸ਼ੁਰੂ ਤੋਂ ਇੱਕ ਗੁਰੂ ਸ਼ਿਸ਼ ਪਰੰਪਰਾ ਵਾਲਾ ਇੱਕ ਦੇਸ਼ ਰਿਹਾ, ਔਰ ਔਨਲਾਈਨ ਐਜੂਕੇਸ਼ਨ ਦੇ ਬਨਿਸਬਤ ਸਾਡੇ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਟੀਚਰਸ ਦੇ ਕੋਲੋਂ ਇੱਕ ਲਾਈਵ ਕਲਾਸਰੂਮ ਐਨਵਾਇਰਨਮੈਂਟ 'ਚ ਪੜ੍ਹਨਾ ਜ਼ਿਆਦਾ ਪਸੰਦ ਕਰਦੇ ਹੈ, ਕਿਉਂਕਿ ਜਿਹੜਾ ਲਾਈਵ ਕਲਾਸਰੂਮ ਐਨਵਾਇਰਨਮੈਂਟ ਹੈ ਉਹਦੇ 'ਚ ਸਿਰਫ ਸਟੂਡੈਂਟਸ ਜਿਹੜੇ ਹੈ ਉਹ ਟੀਚਰ ਦੇ ਕੋਲੋਂ ਹੀ ਨਹੀਂ ਸਿੱਖਦੇ, ਬਲਕਿ ਉਹ ਆਪਣੇ ਸਾਥੀਆਂ ਦੇ ਕੋਲੋਂ ਵੀ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਹਨ। ਜਿਹੜੀ ਪੀਅਰ ਟੂ ਪੀਅਰ ਲਰਨਿੰਗ ਹੈ ਉਹ ਵੀ ਟੀਚਿੰਗ ਲਰਨਿੰਗ ਪ੍ਰੋਸੈਸ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਔਰ ਇਹ ਕੁਛ ਕਾਰਨ ਹਨ, ਕੁਛ ਵਜੂਹਾਤ ਹਨ
ਜਿਨ੍ਹਾਂ ਦੀ ਵਜ੍ਹਾ ਦੇ ਨਾਲ ਜਿਹੜੀ ਟੀਚਿੰਗ ਹੈ ਇਸ ਲੋਕਡਾਊਨ ਪੀਰੀਅਡ 'ਚ ਕਾਫੀ ਪ੍ਰਭਾਵਿਤ ਹੋਈ ਹੈ। ਅਸੀਂ ਆਪਣੇ ਸਟੂਡੈਂਟਸ ਦੇ ਕੋਲੋਂ ਇੱਕ ਫੀਡਬੈਕ ਸਰਵੇ ਵੀ ਲਿਆ, ਜਿਹਦੇ 'ਚ ਅਸੀਂ ਜਾਣਨਾ ਚਾਹਿਆ ਕਿ ਕਿੰਨੇ ਕੁ ਬੱਚਿਆਂ ਨੇ ਉਹਨੂੰ ਐਕਚੁਅਲੀ ਐਕਸੈਸ ਕੀਤਾ ਹੈ ਔਰ ਉਹਨਾਂ ਦੀ ਕੀ ਫੀਡਬੈਕ ਹੈ ਇਹਨਾਂ ਸਾਰੇ ਕੋਰਸਿਸ ਦੇ ਔਨਲਾਈਨ ਲਰਨਿੰਗ ਪ੍ਰੋਸੈਸ ਦੇ ਬਨਿਸਬਤ। ਔਰ ਉਸ ਸਰਵੇ 'ਚ ਸਾਨੂੰ ਇਹ ਦੇਖਣ ਨੂੰ ਆਇਆ ਕਿ 60 ਤੋਂ 70% ਬੱਚੇ ਹਨ ਜਿਨ੍ਹਾਂ ਨੇ ਇਸ ਔਨਲਾਈਨ ਟੀਚਿੰਗ ਦਾ ਫਾਇਦਾ ਉਠਾਇਆ ਅਤੇ ਕੋਈ 30% ਦੇ ਕਰੀਬ ਬੱਚੇ ਹਨ ਜਿਹੜੇ ਇਹਦਾ ਫਾਇਦਾ ਨਹੀਂ ਉਠਾ ਸਕੇ। ਉਹ ਖਾਸ ਤੌਰ 'ਤੇ ਇਹ ਜਿਹੜੀ ਪ੍ਰੋਬਲਮ ਆਈ ਹੈ ਉਹ ਡਿਜੀਟਲ ਡਿਵਾਈਡ ਦੀ ਵਜ੍ਹਾ ਦੇ ਨਾਲ ਆਈ ਹੈ, ਕਿਉਂਕਿ ਉਹਨਾਂ ਦੇ ਕੋਲ ਜਾਂ ਤਾਂ ਇੰਟਰਨੈਟ ਕਨੈਕਟੀਵਿਟੀ ਨਹੀਂ ਸੀ। ਹੁਣ ਜਿਹੜੇ ਸਟੂਡੈਂਟ ਸਾਡੇ ਲੇਹ ਏਰੀਆ ਤੋਂ ਹੈ ਜਾਂ ਕੁਛ ਸਾਡੇ ਸਟੂਡੈਂਟਸ ਅਦਰ ਸਟੇਟਸ ਤੋਂ ਹੈ, ਬਿਹਾਰ ਹੈ, ਝਾਰਖੰਡ ਹੈ, ਦੂਸਰੀ ਸਟੇਟਸ ਹੈ ਜਾਂ ਹਿਮਾਚਲ ਦੇ ਵੀ ਕੁਛ ਐਕਸਟ੍ਰੀਮ ਏਰੀਆਜ਼ ਹਨ, ਉਹਨਾਂ ਦੇ ਬੱਚਿਆਂ ਨੂੰ ਇੰਟਰਨੈਟ ਦੀ ਐਕਸੈਸ ਉਹਨਾਂ ਦੇ ਕੋਲ ਨਹੀਂ ਸੀ। ਪੂਰੇ ਹਿੰਦੁਸਤਾਨ 'ਚ ਜਿਹੜੇ ਇੰਟਰਨੈਟ ਕਨੈਕਟੀਵਿਟੀ ਦੀ ਜੇ ਗੱਲ ਕਰੀਏ ਤਾਂ ਕੋਈ 20% ਦੇ ਕਰੀਬ ਲੋਕ ਹਨ ਪੂਰੇ ਹਿੰਦੁਸਤਾਨ 'ਚ ਜਿਨ੍ਹਾਂ ਨੂੰ ਇੰਟਰਨੈਟ ਕਨੈਕਟੀਵਿਟੀ ਦੀ ਐਕਸੈਸ ਬਹੁਤ ਅੱਛੀ ਹੈ। ਪਰ ਜੇ ਨੌਰਥ 'ਚ ਦੇਖਿਆ ਜਾਏ ਤਾਂ ਸਟੇਟਸ ਜਿਸ ਤਰ੍ਹਾਂ ਕਿ ਪੰਜਾਬ, ਹਰਿਆਣਾ, ਦਿੱਲੀ, NCR ਰੀਜਨ ਹੈ ਜਾਂ ਹਿਮਾਚਲ ਦਾ ਕੁਛ ਏਰੀਆ ਹੈ, ਇਹਨਾਂ 'ਚ ਇੰਟਰਨੈਟ ਐਕਸੈਸ ਕੋਈ 40% ਦੇ ਕਰੀਬ ਲੋਕ ਹਨ ਜਿਨ੍ਹਾਂ ਨੂੰ ਹੈ। ਸਾਡੇ ਨੌਰਥ ਦੇ ਵਿੱਚ ਇੰਟਰਨੈਟ ਐਕਸੈਸ ਜ਼ਿਆਦਾ ਅੱਛੀ ਹੈ। ਇਸੇ ਤਰ੍ਹਾਂ ਸਾਊਥ ਦੀਆਂ ਵੀ ਕੁਝ ਸਟੇਟਸ ਹਨ ਜਿਨ੍ਹਾਂ 'ਚ ਇੰਟਰਨੈਟ ਐਕਸੈਸ ਬਹੁਤ ਅੱਛੀ ਹੈ। ਪਰ ਉਹਦੇ ਬਾਵਜੂਦ ਇਹ ਚੀਜ਼ ਦੇਖਣ 'ਚ ਆਈ ਕਿ ਕਿਉਂਕਿ ਸਾਡੇ ਕੋਲ ਜਿਹੜੇ ਸਟੂਡੈਂਟਸ ਨੇ ਉਹ ਦੂਸਰੀਆਂ ਸਟੇਟਸ ਤੋਂ ਵੀ ਬਹੁਤ ਹਨ ਔਰ ਆਪਣੀ ਸਾਡੀ ਸਟੇਟਸ ਦੇ ਸਟੂਡੈਂਟਸ ਵੀ ਹਨ, ਅਤੇ ਜਿਹੜੇ ਸਾਡੇ ਕੋਲ ਕੋਈ 30-35% ਦੇ ਕਰੀਬ ਜਿਹੜੇ ਸਟੂਡੈਂਟਸ ਹਨ ਜਿਹੜੇ ਅਦਰ ਸਟੇਟਸ ਦੇ ਹਨ ਔਰ ਉਹਨਾਂ ਨੂੰ ਖਾਸੇ ਜਿਹੜੇ ਚੈਲੰਜਸ ਹੈ ਉਹ ਫੇਸ ਕਰਨ 'ਚ ਮਿਲੇ। ਹੁਣ ਕਿਉਂਕਿ ਕਰਫਿਊ ਦੀ ਹਾਲਾਤ ਹੈ ਔਰ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਹੈ, ਸਾਨੂੰ ਇਸ ਚੀਜ਼ ਦੀ ਵੀ ਚਿੰਤਾ ਹੈ ਕਿ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਏਗਾ ਉਸ ਤੋਂ ਪਹਿਲਾਂ ਜਿਹੜੇ ਸਮੈਸਟਰ ਦੇ ਐਗਜ਼ਾਮ ਸ਼ੁਰੂ ਹੋਣਗੇ। ਹਾਲੇ ਤਾਂ ਇੰਨੀਆਂ ਟ੍ਰੇਨਸ ਵੀ ਨਹੀਂ ਚਲਾਈ ਜਾ ਰਹੀਆਂ ਹਿੰਦੁਸਤਾਨ 'ਚ ਔਰ ਬਹੁਤ ਸਾਰੇ ਲੋਕ ਐਸੇ ਹੈ ਜਿਹੜੇ ਹਾਲੇ ਆਪਣੀ ਸਟੇਟਸ ਨੂੰ ਜਾਣ ਲਈ ਹੀ ਲਾਈਨਾਂ ਲਗਾਈ ਬੈਠੇ ਹਨ, ਰਜਿਸਟ੍ਰੇਸ਼ਨਸ ਕਰੀ ਬੈਠੇ ਹਨ। ਤਾਂ ਜਿਹੜੇ ਬੱਚੇ ਉੱਧਰੋਂ ਇੱਧਰ ਆਉਣਾ ਚਾਹਣਗੇ ਆਪਣੇ ਐਗਜ਼ਾਮਸ ਲਈ, ਉਹਦੇ ਬਾਰੇ ਹਾਲੇ ਕੋਈ ਵੀ ਵਿਚਾਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ, ਨਾ ਹੀ ਐਸੀ ਕੋਈ ਪਲਾਨਿੰਗ ਸਰਕਾਰ ਵੱਲੋਂ ਨਜ਼ਰ ਆ ਰਹੀ ਹੈ। ਉਹਨਾਂ ਦਾ ਐਗਜ਼ਾਮ ਕਿਵੇਂ ਕਰਾਇਆ ਜਾਏਗਾ, ਇਸ ਗੱਲ ਦੀ ਵੀ ਸਾਨੂੰ ਚਿੰਤਾ ਹੈ। ਔਰ ਜਿਹੜੀ ਕੋਵਿਡ-19 ਦੀ ਪ੍ਰੋਬਲਮ ਹੈ, ਇਹ ਹੁਣ ਜਿਹੜੀ ਪ੍ਰੋਬਲਮ ਹੈ ਇਹ ਕੋਈ ਥੋੜ੍ਹੇ ਸਮੇਂ ਵਾਲੀ ਪ੍ਰੋਬਲਮ ਨਹੀਂ ਹੈ। ਸਾਨੂੰ ਸਾਰਿਆਂ ਨੂੰ ਕੋਵਿਡ-19 ਦੇ ਨਾਲ ਹੁਣ ਜੀਣਾ ਸਿੱਖਣਾ ਪਏਗਾ, ਕਿਉਂਕਿ ਅਸੀਂ ਇਸ ਲੋਕਡਾਊਨ ਨੂੰ ਕੋਈ ਬਹੁਤ ਲੰਬੇ ਸਮੇਂ ਲਈ ਇਹਨੂੰ ਨਹੀਂ ਲਗਾ ਸਕਦੇ। ਕਿਸੇ ਨਾ ਕਿਸੇ ਸਟੇਜ 'ਤੇ ਇਹ ਲੋਕਡਾਊਨ ਨੂੰ ਖ਼ਤਮ ਕਰਨਾ ਪਏਗਾ ਔਰ ਸਾਨੂੰ ਸਾਰੇ ਸੇਫਟੀ ਮੈਜਰਸ ਨੂੰ ਧਿਆਨ 'ਚ ਰੱਖ ਕੇ ਇਹ ਆਪਣੇ ਸਾਰੇ ਕੰਮ ਧੰਦੇ, ਆਪਣੇ ਇੰਸਟੀਟਿਊਸ਼ਨਸ ਉਹ ਸਾਨੂੰ ਦੁਬਾਰਾ ਤੋਂ ਸ਼ੁਰੂ ਕਰਨੇ ਪੈਣਗੇ ਔਰ ਅਸੀਂ ਇਹਦੇ ਲਈ ਆਪਣੀ ਪੂਰੀ ਤਿਆਰੀ ਮੁਕੰਮਲ ਕਰ ਲਈ ਹੈ। ਅਸੀਂ ਆਪਣੇ ਕਾਲਜ ਦੀ ਇੱਕ ਹੈਲਥ ਐਂਡ ਸੇਫਟੀ ਪੋਲਿਸੀ, ਇੱਕ ਐਨਵਾਇਰਨਮੈਂਟ ਪੋਲਿਸੀ ਔਰ ਇੱਕ ਵਿਜ਼ਿਟਰ ਪੋਲਿਸੀ ਤਿਆਰ ਕਰ ਲਈ ਹੈ ਔਰ ਉਸ ਦੇ ਮੁਤਾਬਕ ਹੀ ਅਸੀਂ ਆਪਣਾ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰਨ ਦੀ ਤਿਆਰੀ 'ਚ ਅਸੀਂ ਮੁਕੰਮਲ ਕਰ ਲਈ ਹੈ ਔਰ ਅਸੀਂ ਸਮਰਥ ਹਾਂ। ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਲੋਕਡਾਊਨ ਖ਼ਤਮ ਹੋਣ ਦੀ ਅਨਾਊਂਸਮੈਂਟ ਹੁੰਦੀ ਹੈ ਅਤੇ ਉਹਦੇ ਨਾਲ ਹੀ ਜੋ ਸਰਕਾਰ ਵੱਲੋਂ ਹਦਾਇਤਾਂ ਹੋਣਗੀਆਂ ਉਹਨਾਂ ਨੂੰ ਧਿਆਨ 'ਚ ਰੱਖਦੇ ਹੋਏ, ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੰਨਦੇ ਹੋਏ ਅਸੀਂ ਆਪਣੇ ਇੰਸਟੀਟਿਊਸ਼ਨ ਦਾ ਕੰਮ ਦੁਬਾਰਾ ਤੋਂ ਸ਼ੁਰੂ ਕਰਨ ਲਈ ਤਿਆਰ ਹਾਂ। ਡਾਕਟਰ ਸਾਹਿਬ, ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ 30% ਬੱਚੇ ਇੱਦਾਂ ਦੇ ਹੈਗੇ ਜਿਨ੍ਹਾਂ ਤੱਕ ਜਿਹੜਾ ਹੈ ਐਕਸੈਸ ਨਹੀਂ ਹੋ ਪਾਇਆ, ਹੁਣ ਉਹ ਤਾਂ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਗਏ, ਉਹਨਾਂ ਲਈ ਤੁਸੀਂ ਕੋਈ ਸਪੈਸ਼ਲ ਸਟੈਪ ਜਿਹੜਾ ਹੈ ਤੁਹਾਡੇ ਡੇਵੀਏਟ ਵੱਲੋਂ ਚੱਕਿਆ ਗਿਆ ਹੋਵੇ ਜਿਹੜਾ ਕਿ ਉਹਨਾਂ ਬੱਚਿਆਂ ਤੱਕ ਵੀ ਜਿਹੜੀ ਨੌਲੇਜ ਹੈ, ਜਿਹੜੀ ਲੈਕਚਰਸ ਜਿਹੜੇ ਉਹਨਾਂ ਦੇ ਮਿਸ ਹੋਏ ਨੇ ਉਹ ਉਹਨਾਂ ਤੱਕ ਪਹੁੰਚੇ ਹੋਣ?
ਅਗੇਨ ਜਿਹੜੀ ਪ੍ਰੋਬਲਮ ਹੈ ਉਹ ਡਿਜੀਟਲ ਡਿਵਾਈਡ ਦੀ ਹੈ। ਉਹ ਬੱਚੇ ਇਸ ਲਈ ਐਕਸੈਸ ਨਹੀਂ ਕਰ ਪਾਏ ਕਿਉਂਕਿ ਉਹਨਾਂ ਦੇ ਕੋਲ ਗੈਜਟਸ ਵੀ ਨਹੀਂ ਸੀਗੀਆਂ ਅਤੇ ਨਾ ਹੀ ਇੰਟਰਨੈਟ ਕਨੈਕਟੀਵਿਟੀ ਸੀ। ਉਹ ਵੀਡੀਓ ਲੈਕਚਰਸ, ਉਹ ਲਰਨਿੰਗ ਮਟੀਰੀਅਲ ਅਸੀਂ ਬੱਚਿਆਂ ਨੂੰ ਪਹੁੰਚਾਉਣਾ ਚਾਹ ਰਹੇ ਹਾਂ, ਪਰ ਦਿੱਕਤ ਇਹ ਹੈ ਕਿ ਉਹਨਾਂ ਦੇ ਕੋਲ ਇੰਟਰਨੈਟ ਐਕਸੈਸ ਨਹੀਂ ਹੈ, ਉਹ ਉਹਨੂੰ ਨਹੀਂ ਪਹੁੰਚਾਇਆ ਜਾ ਸਕਦਾ। ਉਹਦੇ ਲਈ ਹੁਣ ਸਾਡੇ ਕੋਲ ਇੱਕੋ ਹੀ ਰਿਸੋਰਸ ਹੈ ਕਿ ਜਦੋਂ ਉਹ ਬੱਚੇ ਵਾਪਸ ਕੈਂਪਸ 'ਚ ਆਉਣਗੇ, ਜੇ ਜੋ ਵੀ ਯੂਨੀਵਰਸਿਟੀ ਵੱਲੋਂ ਜਿਹੜੀਆਂ ਐਗਜ਼ਾਮੀਨੇਸ਼ਨਸ ਲਈ ਇੰਸਟਰਕਸ਼ਨਸ ਦਿੱਤੀਆਂ ਜਾਣਗੀਆਂ, ਉਹਨਾਂ ਦੇ ਮੁਤਾਬਕ ਉਹਨਾਂ ਬੱਚਿਆਂ ਨੂੰ ਕੈਂਪਸ 'ਚ ਥੋੜ੍ਹੀ ਦੇਰ ਪਹਿਲੇ ਸਾਨੂੰ ਬੁਲਾਉਣਾ ਪਏਗਾ ਔਰ ਸੋਸ਼ਲ ਡਿਸਟੈਂਸਿੰਗ ਦੇ ਨੋਰਮਸ ਨੂੰ ਅਬਜ਼ਰਵ ਕਰਦੇ ਹੋਏ ਬੱਚਿਆਂ ਨੂੰ ਕਲਾਸਰੂਮ 'ਚ ਘੱਟ ਗਿਣਤੀ ਦੇ ਵਿੱਚ ਬਿਠਾ ਕੇ ਔਰ ਇੱਕ ਨਿਸ਼ਚਿਤ ਸੀਟ ਦੇ ਉੱਪਰ, ਫਿਕਸ ਸੀਟ ਦੇ ਉੱਪਰ ਬੱਚਿਆਂ ਨੂੰ ਰੋਜ਼ ਉੱਥੇ ਹੀ ਬੈਠਣਾ ਪਏਗਾ। ਕਲਾਸਰੂਮ ਸੀਟਿੰਗ ਦਾ ਇੱਕ ਐਨਵਾਇਰਨਮੈਂਟ, ਇੱਕ ਡਿਸਿਪਲਿਨ ਫਿਕਸ ਕਰਨਾ ਪਏਗਾ ਕਿ ਇੱਕ ਬੱਚਾ ਆਪਣੀ ਪਹਿਲੀ ਮਿੱਥੀ ਸੀਟ ਦੇ ਉੱਪਰ ਹੀ ਆ ਕੇ ਬੈਠੇਗਾ, ਉਹ ਆਪਣੀ ਸੀਟ ਐਕਸਚੇਂਜ ਨਹੀਂ ਕਰੇਗਾ ਔਰ ਸੋਸ਼ਲ ਡਿਸਟੈਂਸਿੰਗ ਦੇ ਨੋਰਮਸ ਨੂੰ ਅਬਜ਼ਰਵ ਕਰਦੇ ਹੋਏ ਉਹਨਾਂ ਬੱਚਿਆਂ ਦੇ ਜੋ ਵੀ ਪੜ੍ਹਾਈ ਦਾ ਨੁਕਸਾਨ ਹੋਇਆ ਹੈ ਉਹ ਸਟੱਡੀ ਮਟੀਰੀਅਲ ਉਹਨਾਂ ਦੇ ਨਾਲ ਸ਼ੇਅਰ ਕੀਤਾ ਜਾਏਗਾ ਔਰ ਉਹਨਾਂ ਨੂੰ ਕਲਾਸਰੂਮ ਐਨਵਾਇਰਨਮੈਂਟ 'ਚ ਪੜ੍ਹਾਇਆ ਜਾਏਗਾ। ਉਹਦੇ ਲਈ ਉਹਨਾਂ ਬੱਚਿਆਂ ਨੂੰ ਸਾਨੂੰ ਆਪਣੇ ਕੈਂਪਸ 'ਚ ਦੂਸਰੇ ਬੱਚਿਆਂ ਨਾਲੋਂ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਇਨਵਾਈਟ ਕਰਨਾ ਪਏਗਾ ਔਰ ਜਿਹੜੀਆਂ ਨੋਰਮਲ ਕਲਾਸਿਸ ਹੈ ਉਸ ਤੋਂ ਪਹਿਲੇ ਹੀ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਜਿਹੜੀ ਪੜ੍ਹਾਈ ਹੈ ਉਹਨੂੰ ਮੁਕੰਮਲ ਕਰਾਉਣਾ ਯਕੀਨੀ ਬਣਾਇਆ ਜਾਏਗਾ। ਜੇਕਰ ਗੱਲ ਕਰੀਏ ਡਾਕਟਰ ਸਾਹਿਬ, ਜਿੱਦਾਂ ਹੁਣ ਅੱਗੇ ਐਗਜ਼ਾਮੀਨੇਸ਼ਨਸ ਆਉਣ ਵਾਲੇ ਸੀ ਕਿ ਜਿਹੜਾ ਵਾਲਾ ਪਰਟੀਕੂਲਰ ਟਾਈਮ ਹੁੰਦਾ ਮਾਰਚ, ਅਪ੍ਰੈਲ, ਮਈ ਦਾ, ਇਸ ਟਾਈਮ ਦੇ ਵਿੱਚ ਬੱਚਿਆਂ ਦੇ ਐਗਜ਼ਾਮੀਨੇਸ਼ਨ ਚੱਲਦੇ ਹੁੰਦੇ ਆ। ਬਹੁਤ ਸਾਰੇ ਬੱਚੇ ਇਹੋ ਜਿਹੇ ਹੁੰਦੇ ਆ ਜਿਹੜੇ ਪਾਸ ਆਊਟ ਹੋਣ ਤੋਂ ਬਾਅਦ ਜਿਹੜਾ ਹੈ ਉਹ ਆਪਣੇ ਕਰੀਅਰ ਵੱਲ ਨੂੰ ਅੱਗੇ ਵੱਧਦੇ ਨੇ। ਜੇ ਉਹਨਾਂ ਦੀ ਗੱਲ ਕਰੀਏ, ਤੁਹਾਨੂੰ ਨਹੀਂ ਲੱਗਦਾ ਕਿਸੇ ਤਰੀਕੇ ਜਿਹੜੇ ਐਗਜ਼ਾਮਸ ਡਿਲੇ ਹੋ ਗਏ, +2 ਵਾਲਿਆਂ ਦੇ ਬੱਚਿਆਂ ਦੇ ਐਗਜ਼ਾਮਸ ਡਿਲੇ ਹੋ ਗਏ, ਉਹਨਾਂ ਦੀ ਐਡਮਿਸ਼ਨਸ ਲੇਟ ਹੋ ਗਈਆਂ, ਇਹ ਜਿਹੜਾ ਅਸਰ ਹੈ ਕਿਤੇ ਨਾ ਕਿਤੇ ਕਾਲਜ ਜਾਂ ਇੰਸਟੀਟਿਊਟਸ ਨੂੰ ਦੇਖਣ ਨੂੰ ਮਿਲ ਰਿਹਾ, ਇਸ ਦਾ ਅਸਰ ਉਹਨਾਂ ਉੱਤੇ ਦੇਖਣ ਨੂੰ ਮਿਲ ਰਿਹਾ? ਜਿਹੜੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ 10ਵੀਂ ਦੇ ਹਾਲੇ ਕਈ ਐਗਜ਼ਾਮਸ ਹੋਣੇ ਜੋ ਬਾਕੀ ਹੈ, +2 ਦੇ ਕੁਛ ਐਗਜ਼ਾਮਸ ਹੋਣੇ ਬਾਕੀ ਹੈ, ਕੰਪੀਟੀਟਿਵ ਐਗਜ਼ਾਮੀਨੇਸ਼ਨਸ ਹੋਣੇ ਬਾਕੀ ਹਨ। ਇਹ ਨਾਰਮਲੀ ਜੇ ਕੋਵਿਡ-19 ਤੋਂ ਪਹਿਲਾਂ ਦੇ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਵੱਲੋਂ ਇੰਸਟਰਕਸ਼ਨਸ ਹੈ ਕਿ 15 ਅਗਸਤ ਤੋਂ ਬਾਅਦ ਕੋਈ ਵੀ ਐਡਮਿਸ਼ਨ ਨਹੀਂ ਕੀਤਾ ਜਾ ਸਕਦਾ। ਪਰ ਇਸ ਸਾਲ ਜਿਹੜੇ ਐਂਟਰੈਂਸ ਟੈਸਟ ਹੈ, ਜੇ ਆਪਾਂ ਇੰਜੀਨੀਅਰਿੰਗ ਦੀ ਗੱਲ ਕਰੀਏ ਤਾਂ ਉਹ JEE ਮੇਨਸ ਜੋ ਹੈ ਉਹ 22-23 ਜੁਲਾਈ ਦੇ ਕਰੀਬ ਹੋ ਰਿਹਾ ਹੈ ਔਰ ਜਿਹੜਾ ਐਡਵਾਂਸ JEE ਹੈ ਜਿਹੜਾ ਕਿ IITs ਦੇ ਵਾਸਤੇ ਹੈ ਉਹ ਅਗਸਤ ਮਹੀਨੇ 'ਚ ਹੋ ਰਿਹਾ ਹੈ। ਅਤੇ ਇਸ ਸਾਲ ਉਹ ਜਿਹੜੀਆਂ ਡੈਡਲਾਈਨਸ ਨੇ ਜਿਹੜੀਆਂ ਸੁਪਰੀਮ ਕੋਰਟ ਵੱਲੋਂ ਦਿੱਤੀਆਂ ਗਈਆਂ ਹਨ ਉਹ ਤਾਂ ਇਸ ਸਾਲ ਨਹੀਂ ਮੰਨੀਆਂ ਜਾ ਸਕਦੀਆਂ। ਇਹਦਾ ਮਤਲਬ ਇਹ ਹੈ ਕਿ ਐਡਮਿਸ਼ਨ ਤਾਂ ਫਿਰ ਹੋਏਗਾ ਲੇਕਿਨ ਜਿਹੜਾ ਉਹਦਾ ਟਾਈਮ ਲਾਈਨ ਹੈ ਉਹ ਡਿਲੇ ਹੋ ਜਾਏਗੀ। ਜਿਹੜਾ ਐਡਮਿਸ਼ਨ ਅਸੀਂ ਪਹਿਲੇ 15 ਅਗਸਤ ਤੱਕ ਮੁਕੰਮਲ ਕਰ ਲੈਂਦੇ ਸੀ, ਹੁਣ ਉਹ ਐਡਮਿਸ਼ਨ ਸਪਟੰਬਰ ਤੱਕ ਜਾਏਗਾ। ਜੋ UGC ਨੇ ਇੰਸਟਰਕਸ਼ਨਸ ਦਿੱਤੀਆਂ ਹਨ ਉਹਦੇ ਮੁਤਾਬਕ ਜਿਹੜਾ ਐਡਮਿਸ਼ਨ ਹੈ ਉਹ 1 ਅਗਸਤ ਤੋਂ 31 ਅਗਸਤ ਦੇ ਵਿੱਚ ਦਰਮਿਆਨ ਪੂਰਾ ਕੀਤਾ ਜਾਣਾ ਚਾਹੀਦਾ ਹੈ। ਔਰ ਮੈਂ ਸਮਝਦਾ ਕਿ ਜੇ JEE ਮੇਨਸ ਦਾ ਟੈਸਟ 22-23 ਜੁਲਾਈ ਦੇ ਕਰੀਬ ਹੋ ਜਾਂਦਾ ਹੈ ਤਾਂ ਅਗਸਤ ਮਹੀਨੇ ਦੇ ਵਿਚਕਾਰ ਜਿਹੜਾ ਐਡਮਿਸ਼ਨ ਦਾ ਪ੍ਰੋਸੈਸ ਹੈ ਉਹਨੂੰ ਕੰਪਲੀਟ ਕੀਤਾ ਜਾ ਸਕਦਾ ਹੈ। ਤਾਂ ਲੇਕਿਨ ਇਹਦੇ ਨਾਲ ਇਹਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਜਿਹੜੇ ਬੱਚਿਆਂ ਨੇ 2 ਸਾਲ ਬੜੀ ਕੜੀ ਮਿਹਨਤ ਕਰਕੇ ਆਪਣੇ ਆਪ ਨੂੰ ਪ੍ਰੀਪੇਅਰ ਕੀਤਾ ਸੀ, ਮੈਂਟਲੀ ਇੱਕ ਐਗਜ਼ਾਮੀਨੇਸ਼ਨ ਲਈ ਉਹ ਤਿਆਰ ਸਨ, ਜਿੰਨਾ ਐਗਜ਼ਾਮੀਨੇਸ਼ਨ ਨੂੰ ਡਿਲੇ ਕੀਤਾ ਜਾ ਰਿਹਾ ਹੈ ਉਹਨਾਂ ਦੀ ਐਂਜ਼ਾਈਟੀ ਲੈਵਲ ਬਹੁਤ ਵੱਧ ਰਿਹਾ, ਬੱਚਿਆਂ 'ਚ ਇੱਕ ਸਟਰੈਸ ਲੈਵਲ ਹੈ ਔਰ ਮੈਂ ਇਹ ਸਮਝਦਾ ਕਿ ਕੁਝ ਬੱਚਿਆਂ ਦੀ ਪਰਫੋਰਮੈਂਸ ਇਹਦੇ ਨਾਲ ਅਫੈਕਟ ਹੋ ਸਕਦੀ ਹੈ। ਇਹਦਾ ਮਤਲਬ ਇਹ ਨਹੀਂ ਜਿੱਦਾਂ ਹੁਣ ਜੇ ਡਿਲੇ ਹੋ ਗਿਆ ਸਰ, ਜਿੱਦਾਂ ਜੋ ਵੀ ਡਾਕਟਰ ਸਾਹਿਬ ਡਿਲੇ ਹੋਇਆ, ਟਾਈਮ ਅੱਗੇ ਵਧਿਆ, ਇਹ ਕੰਪੀਟੀਟਿਵ ਐਗਜ਼ਾਮਸ ਨੇ ਉਹਨੂੰ ਟਾਈਮ ਜ਼ਿਆਦਾ ਨਹੀਂ ਮਿਲ ਰਿਹਾ? ਕਿਉਂਕਿ ਜੇ ਸਪੋਜ਼ ਇਹ ਮਈ ਦੇ ਵਿੱਚ ਹੋ ਜਾਂਦੇ ਐਗਜ਼ਾਮੀਨੇਸ਼ਨ, ਇਹਨਾਂ ਨੂੰ 12ਵੀਂ ਦੀ ਜਿਹੜੀ ਉਹ ਪੜ੍ਹਾਈ ਕਰਦੇ ਨੇ, 12ਵੀਂ ਦੀ ਪੜ੍ਹਾਈ ਦੇ ਨਾਲ ਨਾਲ ਹੀ ਇਹਨਾਂ ਦੀ ਤਿਆਰੀ ਕਰਨੀ ਪੈਂਦੀ, ਪਰ ਹੁਣ ਇਹ ਨਹੀਂ ਹੈ ਕਿ ਇਹਨਾਂ ਲਈ ਅਲੱਗ ਟਾਈਮ ਮਿਲ ਗਿਆ ਤਿਆਰੀ ਕਰਨ ਦੇ ਲਈ, JEE ਜਾਂ ਹੋਰ ਜਿਹੜੇ ਕੰਪੀਟੀਟਿਵ ਐਗਜ਼ਾਮਸ ਨੇ? ਜਦੋਂ ਇੱਕ ਬੱਚੇ ਦੀ ਤਿਆਰੀ ਹੋ ਜਾਂਦੀ ਹੈ ਅਤੇ ਉਹਦੇ ਬਾਅਦ ਫਿਰ ਉਹ ਆਪਣਾ ਐਗਜ਼ਾਮ ਦੇਣਾ ਪਸੰਦ ਕਰਦਾ ਹੈ ਤਾਂ ਕਿ ਉਹ ਮੈਂਟਲੀ ਰਿਲੈਕਸ ਹੋ ਸਕੇ, ਕਿਉਂਕਿ ਜਦੋਂ ਤੱਕ ਬੱਚਾ ਐਗਜ਼ਾਮ ਨਹੀਂ ਦੇ ਲੈਂਦਾ ਉਹਦੇ ਦਿਮਾਗ 'ਤੇ ਇੱਕ ਟੈਨਸ਼ਨ ਬਣੀ ਰਹਿੰਦੀ ਹੈ। ਮੈਂ ਉਹਨਾਂ ਬੱਚਿਆਂ ਦੀ ਇਸ ਸਮੇਂ ਜਿਹੜੀ ਮਾਨਸਿਕ ਸਿਚੁਏਸ਼ਨ ਹੈ ਮੈਂ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਮਹਿਸੂਸ ਕਰ ਸਕਦਾ ਹਾਂ
ਕਿ ਉਹਨਾਂ ਦਾ ਐਂਜ਼ਾਈਟੀ ਲੈਵਲ ਇਸ ਵੇਲੇ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਉਹ ਆਪਣਾ ਐਗਜ਼ਾਮ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ, ਔਰ ਜਿੰਨਾ ਲੇਟ ਹੋ ਰਿਹਾ ਹੈ ਉਹਨਾਂ ਬੱਚਿਆਂ ਦੇ ਲਈ ਉਹਦਾ ਉਨਾ ਹੀ ਜ਼ਿਆਦਾ ਨੁਕਸਾਨ ਹੈ, ਕਿਉਂਕਿ ਉਹ ਇਸ ਸਮੇਂ ਇਹ ਸਾਰੀ ਟੈਨਸ਼ਨ ਤੋਂ ਉੱਭਰ ਕੇ ਬਾਹਰ ਆਉਣਾ ਚਾਹੁੰਦੇ ਹਨ। ਔਰ ਜਦੋਂ ਬੱਚਿਆਂ ਨੂੰ ਉਹਨਾਂ ਦਾ ਰਿਜ਼ਲਟ ਆ ਜਾਂਦਾ ਹੈ, ਉਹਦੇ ਬਾਅਦ ਉਹ ਫਿਰ ਦੇਖਣਾ ਸ਼ੁਰੂ ਕਰਦੇ ਹਨ ਕਿ ਉਹਨਾਂ ਦਾ ਰੈਂਕ ਕਿੰਨਾ ਆਇਆ ਹੈ, ਔਰ ਉਸ ਦੇ ਮੁਤਾਬਕ ਪੂਰੇ ਹਿੰਦੁਸਤਾਨ 'ਚ ਜਿੰਨੇ ਵੀ ਅੱਛੇ ਇੰਸਟੀਟਿਊਸ਼ਨਸ ਹਨ ਉਹ ਕਿੱਥੇ ਕਿੱਥੇ ਅਪਲਾਈ ਕਰ ਸਕਦੇ ਹਨ, ਔਰ ਉਹਦੇ ਅਕੋਰਡਿੰਗਲੀ ਉਹ ਆਪਣੇ ਦੂਸਰੇ ਪੜਾਅ ਲਈ ਸੋਚਣਾ ਸ਼ੁਰੂ ਕਰ ਦਿੰਦੇ ਹਨ। ਪਰ ਹਾਲੇ ਇਹਨਾਂ ਬੱਚਿਆਂ ਦਾ ਹਾਲੇ ਪਹਿਲੀ ਸਟੇਜ ਹੀ ਪੂਰੀ ਨਹੀਂ ਹੋਈ ਹੈ, ਅਤੇ ਉਹ ਦੂਸਰੇ ਦੇ ਬਾਰੇ ਹਾਲੇ ਨਹੀਂ ਸੋਚ ਸਕਦੇ। ਦੂਸਰਾ, ਮੈਂ ਇਸ ਵਾਰ ਇਹ ਵੀ ਕੁਛ ਮੈਨੂੰ ਐਪਰੀਹੈਂਸ਼ਨ ਹੈ ਕਿ ਜਿਸ ਤਰ੍ਹਾਂ ਅੱਗੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ 'ਚ ਵੀ ਜਾਂ ਹਿੰਦੁਸਤਾਨ 'ਚ ਵੀ ਦੂਰ ਦਰਾੜ ਦੇ ਇੰਸਟੀਟਿਊਸ਼ਨਸ ਨੂੰ ਭੇਜ ਦਿੰਦੇ ਸੀ, ਪਰ ਹੁਣ ਕਿਉਂਕਿ ਜਿਸ ਤਰ੍ਹਾਂ ਕੋਵਿਡ ਦੀ ਸਮੱਸਿਆ ਹੈ, ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਕੋਵਿਡ-19 ਦੀ, ਹੁਣ ਇਹ ਵਾਇਰਸਿਸ ਜਿਹੜੇ ਨੇ ਉਹ ਨਵੇਂ ਤਰ੍ਹਾਂ ਦੇ ਵਾਇਰਸਿਸ ਹੁਣ ਆਉਣੇ ਸ਼ੁਰੂ ਹੋ ਜਾਣੇ। ਮੈਡੀਕਲ ਸਾਇੰਸ ਔਰ ਜਿਹੜੇ ਸਪੈਸ਼ਲਿਸਟ ਉਹ ਇਸ ਬਾਰੇ ਗੱਲ ਕਰ ਰਹੇ ਹਨ। ਅੱਜ ਸਾਨੂੰ ਚਿੰਤਾ ਕੋਵਿਡ-19 ਦੀ ਹੈ, ਆਉਣ ਵਾਲੇ ਸਮੇਂ 'ਚ ਇਹ ਕੋਵਿਡ-20 ਵੀ ਹੋ ਸਕਦਾ ਹੈ, ਜਾਂ ਇਹਦਾ ਕੋਈ ਹੋਰ ਨਾਮ ਵੀ ਹੋ ਸਕਦਾ ਹੈ, ਉਹ 21 ਵੀ ਆਏਗਾ, 22 ਵੀ ਆਏਗਾ। ਹੁਣ ਸਾਨੂੰ ਆਪਣੀ ਇਮਿਊਨਿਟੀ ਨੂੰ ਵਧਾਉਣਾ ਪਏਗਾ, ਔਰ ਸਾਨੂੰ ਆਪਣੇ ਹੈਲਥ ਔਰ ਹਾਈਜੀਨ ਦੇ ਬਾਰੇ ਜ਼ਿਆਦਾ ਕੌਨਸ਼ੀਅਸ ਹੋਣ ਦੀ ਜ਼ਰੂਰਤ ਹੈ, ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ, ਚਾਹੇ ਕੋਈ ਬੈਕਟੀਰੀਅਲ ਇਨਫੈਕਸ਼ਨ ਹੈ, ਚਾਹੇ ਵਾਇਰਸ ਇਨਫੈਕਸ਼ਨ ਹੈ, ਉਸ ਤੋਂ ਅਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹਾਂ ਔਰ ਆਪਣੇ ਸਾਥੀਆਂ ਦਾ ਬਚਾਅ ਕਿਵੇਂ ਕਰ ਸਕਦੇ ਹਾਂ। ਸਾਨੂੰ ਹੁਣ ਦੋ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ। ਇੱਕ ਇਹ ਕਿ ਅਸੀਂ ਆਪ ਇਨਫੈਕਟ ਨਾ ਹੋਈਏ, ਔਰ ਦੂਸਰਾ ਅਸੀਂ ਆਪਣੇ ਸਾਥੀਆਂ ਨੂੰ ਇਨਫੈਕਟ ਨਾ ਕਰੀਏ। ਇਹ ਵੀ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਹੁਣ ਬਣ ਜਾਂਦੀ ਹੈ, ਔਰ ਇਸ ਲਈ ਸਾਨੂੰ ਇਸ ਨਵੇਂ ਐਨਵਾਇਰਨਮੈਂਟ 'ਚ ਆਪਣੇ ਆਪ ਨੂੰ ਕਿਵੇਂ ਅਸੀਂ ਵਿਚਰਨਾ ਹੈ, ਉਹਦੇ ਬਾਰੇ ਸਾਨੂੰ ਸੋਚਣ ਲਈ ਮਜਬੂਰ ਹੋਣਾ ਪਏਗਾ। ਡਾਕਟਰ ਸਾਹਿਬ, ਜੇਕਰ ਆਪਾਂ ਗੱਲ ਕਰੀਏ ਜਿੱਦਾਂ ਹੁਣ ਐਡਮਿਸ਼ਨ ਪ੍ਰੋਸੈਸ ਲੇਟ ਹੋਏਗਾ, ਜਿਹੜਾ ਹੁਣ ਅੱਗੇ ਜਿਹੜਾ ਟਾਈਮ ਚਲੋ 2020 ਦਾ ਇੱਕ ਹਿਸਾਬ ਨਾਲ ਨਿਕਲ ਗਿਆ, ਜੇ 2021 ਦੇ ਜਦੋਂ ਐਗਜ਼ਾਮਸ ਆਉਣਗੇ, ਤੁਹਾਨੂੰ ਨਹੀਂ ਲੱਗਦਾ ਕਿ ਜੇ ਐਡਮਿਸ਼ਨਸ ਲੇਟ ਹੋਣਗੀਆਂ ਤਾਂ ਬੱਚਿਆਂ ਨੂੰ ਪ੍ਰੈਪਰੇਸ਼ਨਸ ਦਾ ਟਾਈਮ, ਜਿਹੜਾ ਅਗਲਾ ਸਿਲੇਬਸ ਜਿਹੜਾ ਆਪਾਂ ਕਵਰ ਅਪ ਕਰਨਾ ਹੁੰਦਾ, ਉਹਦਾ ਟਾਈਮ ਘੱਟ ਮਿਲੇਗਾ, ਉਹਦੀ ਪ੍ਰੈਪਰੇਸ਼ਨ ਦਾ ਟਾਈਮ ਘੱਟ ਮਿਲੇਗਾ। ਅਗਲੇ ਜਿਹੜੇ 2021 'ਚ ਐਗਜ਼ਾਮੀਨੇਸ਼ਨਸ ਹੋਣਗੇ ਉਹਨਾਂ ਦੇ ਲਈ ਜਿਹੜਾ ਹੈ ਉਹਨਾਂ ਦਾ ਇੱਕ ਵੱਡਾ ਬੋਝ ਹੋਏਗਾ ਕਿ ਆਪਾਂ ਪੂਰੇ ਸਾਲ ਦੀ ਜਿਹੜੀ ਪੜ੍ਹਾਈ ਉਹ ਜਾਂ ਸਮੈਸਟਰ ਦੀ ਪੜ੍ਹਾਈ ਖਤਮ ਕਰਕੇ ਘੱਟ ਟਾਈਮ ਸਾਡੇ ਕੋਲ ਹੈਗਾ, ਅਗਲੇ ਮਿੱਥੇ ਹੋਏ ਟਾਈਮ 'ਤੇ ਐਗਜ਼ਾਮਸ ਹੋਣਗੇ। ਜਿਹੜੇ ਪ੍ਰੋਫੈਸ਼ਨਲ ਕੋਰਸਿਸ ਹਨ ਉਹਨਾਂ ਦੇ ਵਾਸਤੇ ਯੂਨੀਵਰਸਿਟੀਜ਼ ਨੇ ਅਕੈਡਮਿਕ ਕੈਲੰਡਰ ਇਸ਼ੂ ਕਰ ਦਿੱਤਾ ਹੈ। ਇਸੇ ਲੜੀ 'ਚ IKG ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਵੀ ਆਪਣਾ ਅਕੈਡਮਿਕ ਕੈਲੰਡਰ ਇਸ਼ੂ ਕਰ ਦਿੱਤਾ ਹੈ, ਔਰ ਉਸ ਦੇ ਮੁਤਾਬਕ ਸਾਰਾ ਸਕੈਡਿਊਲ ਜਿਹੜਾ ਹੈ ਉਹ 1 ਮਹੀਨਾ ਲੇਟ ਕਰਤਾ ਗਿਆ ਹੈ। 2021 'ਚ ਵੀ ਜਿਹੜਾ ਹੈ ਉਹ ਸਾਰਾ ਇਸ ਸਾਲ ਦਾ, ਕਿਉਂਕਿ ਜਿਹੜੀ ਨੋਰਮਲ ਪੜ੍ਹਾਈ ਅਸੀਂ ਜਿਹੜੇ ਪੁਰਾਣੇ ਸਟੂਡੈਂਟਸ ਹਨ ਜਿਹੜੇ ਇਸ ਟਾਈਮ ਸੈਕਿੰਡ ਈਅਰ ਜਾਂ ਥਰਡ ਈਅਰ 'ਚ ਹਨ, ਉਹਨਾਂ ਦੀ ਪੜ੍ਹਾਈ ਅਸੀਂ 15 ਜੁਲਾਈ ਤੋਂ ਸ਼ੁਰੂ ਕਰਦੇ ਸੀ, ਪਰ ਇਸ ਸਾਲ ਉਹ 1 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਔਰ ਨਵੇਂ ਸਟੂਡੈਂਟਸ ਦੀ ਪੜ੍ਹਾਈ ਜਿੱਥੇ 1 ਅਗਸਤ ਨੂੰ ਹੁੰਦੀ ਸੀ, ਉਹ ਇਸ ਵਾਰ 1 ਸਤੰਬਰ ਤੋਂ ਕੀਤੀ ਜਾ ਰਹੀ ਹੈ। ਤਾਂ ਆਲਮੋਸਟ 1 ਮਹੀਨਾ ਸਾਰਾ ਜਿਹੜਾ ਅਕੈਡਮਿਕ ਕੈਲੰਡਰ ਹੈ ਉਹਨੂੰ ਡਿਲੇ ਕਰ ਦਿੱਤਾ ਗਿਆ ਹੈ, ਔਰ ਅਗਲੇ ਸਾਲ ਤੱਕ ਵੀ ਇਹ 1 ਮਹੀਨਾ ਇਹ ਡਿਲੇ ਰਹੇਗਾ। ਜਿਹੜਾ ਟੋਟਲ ਅਕੈਡਮਿਕ ਕੈਲੰਡਰ ਹੈ ਉਹਨੂੰ ਉਹਦੇ ਮੁਤਾਬਕ ਸ਼ਿਫਟ ਕਰ ਦਿੱਤਾ ਗਿਆ ਹੈ। ਜਿੱਥੇ ਤੁਸੀਂ ਪਹਿਲਾਂ ਮੇਰੇ ਨਾਲ ਗੱਲ ਕੀਤੀ ਕਿ ਜਿਹੜੇ +2 ਦੇ ਬੱਚੇ ਹਨ ਉਹਨਾਂ ਦੀ ਜਦੋਂ ਇੰਜੀਨੀਅਰਿੰਗ 'ਚ ਉਹ ਆਉਣਗੇ ਅਤੇ ਉਹਨਾਂ ਦਾ ਕਿਸ ਤਰ੍ਹਾਂ ਹੋਏਗਾ, ਇਸੇ ਤਰ੍ਹਾਂ ਹੀ ਜਿਹੜੀ ਇਹ ਚੀਜ਼ ਹੈ ਇਹਨੇ ਫਾਈਨਲ ਈਅਰ ਦੇ ਸਟੂਡੈਂਟਸ ਨੂੰ ਵੀ ਬਹੁਤ ਇਫੈਕਟ ਕੀਤਾ, ਜਿਵੇਂ ਕਿ ਤੁਸੀਂ ਉਹਨਾਂ ਦੇ ਕਰੀਅਰਸ ਦੀ ਗੱਲ ਕੀਤੀ ਸੀ। ਇਸ ਸਾਲ ਜਿਹੜੀ ਪਲੇਸਮੈਂਟ ਹੈ ਉਹ ਬਹੁਤ ਅੱਛੀ ਹੋਈ ਸੀ। ਮੈਂ ਹੋਰ ਵੀ ਸਾਡੀ ਯੂਨੀਵਰਸਿਟੀ 'ਚ ਵੀ ਔਰ ਮੈਂ ਹੋਰ ਵੀ ਕਈ ਇੰਸਟੀਟਿਊਸ਼ਨਸ 'ਚ ਦੇਖਿਆ ਕਿ ਇਸ ਸਾਲ ਪਲੇਸਮੈਂਟ ਬਹੁਤ ਅੱਛੀ ਹੋਈ ਸੀ, ਪਰ ਇਹਦਾ ਬਹੁਤ ਇੱਕ ਸਿੱਧੇ ਤੌਰ 'ਤੇ ਇੱਕ ਨੁਕਸਾਨ ਬੱਚਿਆਂ ਨੂੰ ਪੁੱਜਣ ਜਾ ਰਿਹਾ ਹੈ, ਕਿਉਂਕਿ ਇੰਡਸਟਰੀ ਦੀ ਹਾਲਤ ਵੀ ਹੁਣ ਖਰਾਬ ਹੋ ਰਹੀ ਹੈ। MSMEs ਨੂੰ ਵੀ ਕਾਫੀ ਨੁਕਸਾਨ ਹੋਇਆ ਹੈ, ਔਰ ਇਸ ਗੱਲ ਦਾ ਡਰ ਹੈ ਕਿ ਜਿਹੜੇ ਬੱਚਿਆਂ ਦੀ ਪਲੇਸਮੈਂਟ ਹੋਈ ਸੀ, ਕਿਆ ਉਹ ਬੱਚਿਆਂ ਨੂੰ ਕੰਪਨੀਜ਼ ਰਿਕਰੂਟ ਕਰਨਗੀਆਂ ਜਾਂ ਉਹਨਾਂ ਦੀ ਪਲੇਸਮੈਂਟ ਆਫਰਸ ਨੂੰ ਡਿਨਾਈ ਨਾ ਕਰ ਦਿੱਤਾ ਜਾਵੇ ਜਾਂ ਡਿਲੇ ਨਾ ਕਰ ਦਿੱਤਾ ਜਾਵੇ,
ਡਿਲੇ ਫਿਰ ਵੀ ਸਮਝ ਆਉਂਦਾ ਹੈ, ਪਰ ਜੇ ਡਿਨਾਈ ਕਰਦਾ ਗਿਆ ਤਾਂ ਉਹਨਾਂ ਬੱਚਿਆਂ ਲਈ ਬਹੁਤ ਮੁਸ਼ਕਿਲ ਆ ਜਾਏਗੀ। ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਸਾਡੀ ਯੂਨੀਵਰਸਿਟੀ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਜਿਹੜੇ ਫਾਈਨਲ ਈਅਰ ਦੇ ਸਟੂਡੈਂਟਸ ਹਨ ਉਹਨਾਂ ਦੀ ਸਿਰਫ ਇੰਡਸਟਰੀਅਲ ਟ੍ਰੇਨਿੰਗ ਹੁੰਦੀ ਹੈ ਇਸ ਸਮੇਂ ਦੇ ਦੌਰਾਨ, ਔਰ ਜਿਹੜੇ ਕਲਾਸਿਸ ਦੀ ਇੰਡਸਟਰੀਅਲ ਟ੍ਰੇਨਿੰਗ ਨਹੀਂ ਹੈ, ਐਗਜ਼ਾਮ ਸੀਗੇ, ਯੂਨੀਵਰਸਿਟੀ ਨੇ ਇੱਕ ਇਨੀਸ਼ੀਏਟਿਵ ਲਿਆ ਕਿ ਅਸੀਂ ਉਹਨਾਂ ਦੇ ਜਿਹੜੇ ਫਾਈਨਲ ਈਅਰ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਐਗਜ਼ਾਮ ਪਹਿਲਾਂ ਕਰਾਏ ਜਾ ਰਹੇ ਹਨ, ਔਰ ਇਸ ਵਾਰ ਉਹਨਾਂ ਦਾ ਐਗਜ਼ਾਮੀਨੇਸ਼ਨ ਪੈਟਰਨ ਚੇਂਜ ਕੀਤਾ ਜਾ ਰਿਹਾ। 3 ਘੰਟੇ ਦੇ ਐਗਜ਼ਾਮ ਦੇ ਬਜਾਏ ਉਹਨਾਂ ਦਾ 2 ਘੰਟੇ ਦਾ ਐਗਜ਼ਾਮ ਲਿੱਤਾ ਜਾ ਰਿਹਾ ਔਰ ਔਨਲਾਈਨ ਐਗਜ਼ਾਮ ਲਿੱਤਾ ਜਾ ਰਿਹਾ, ਜਿਹਦੇ 'ਚ ਕਿ ਮਲਟੀਪਲ ਚੋਇਸ ਕੁਐਸਚਨਸ ਹੋਣਗੇ, ਔਰ ਉਹਦੇ ਨਾਲ ਇਹ ਹੈ ਕਿ ਜਿਹੜਾ ਰਿਜ਼ਲਟ ਹੈ ਉਹਨੂੰ ਕੰਪਾਈਲ ਕਰਨਾ ਵੀ ਬਹੁਤ ਆਸਾਨ ਹੋ ਜਾਏਗਾ, ਔਰ ਰਿਜ਼ਲਟ ਬੜੀ ਜਲਦੀ ਹੀ ਡਿਕਲੇਅਰ ਕੀਤੇ ਜਾ ਸਕਣਗੇ। ਜਿਹੜਾ ਆਨਲਾਈਨ, ਸੌਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਜੀ, ਜਿਹੜਾ ਆਨਲਾਈਨ ਡਾਕਟਰ ਸਾਹਿਬ ਐਗਜ਼ਾਮ ਹੈ, ਉਹ ਆਨਲਾਈਨ ਜਿਹੜਾ ਐਗਜ਼ਾਮ ਹੋਏਗਾ, ਸਾਨੂੰ ਇਹ ਵੀ ਜ਼ਰੂਰ ਕਲੀਅਰ ਕਰੋ ਕਿ ਉਹ ਆਨਲਾਈਨ ਐਗਜ਼ਾਮ ਕਿਸੇ ਪਾਰਟਿਕੂਲਰ ਸੈਂਟਰ ਦੇ ਵਿੱਚ ਹੋਏਗਾ ਜਾਂ ਫਿਰ ਇੱਕ ਬੱਚਾ ਘਰੋਂ ਬੈਠੇ ਹੋਏ ਦੇ ਸਕਦਾ। ਤੇ ਜੇਕਰ ਉਹ ਘਰੋਂ ਬੈਠੇ ਹੋਏ ਐਗਜ਼ਾਮ ਦੇ ਸਕਦਾ, ਤੁਹਾਨੂੰ ਨਹੀਂ ਲੱਗਦਾ ਕਿ ਉਹ ਬੱਚਾ ਕਿਤੇ ਨਾ ਕਿਤੇ ਕਿਸੇ ਚੀਜ਼ ਤੋਂ ਦੇਖ ਕੇ ਕਿਸੇ ਹੋਰ ਹਿਸਾਬ ਨਾਲ ਐਗਜ਼ਾਮ ਦੇ ਸਕਦਾ? ਨਹੀਂ ਜੀ, ਇਹ ਔਨਲਾਈਨ ਐਗਜ਼ਾਮ ਇੰਸਟੀਟਿਊਸ਼ਨਸ ਦੇ ਅੰਦਰ ਹੀ ਦਿੱਤਾ ਜਾ ਸਕਦਾ ਔਰ ਇੰਸਟੀਟਿਊਸ਼ਨਸ ਦੇ ਕੰਪਿਊਟਰ ਸੈਂਟਰਸ ਦੇ ਅੰਦਰ ਦਿੱਤਾ ਜਾ ਸਕਦਾ। ਉੱਥੇ ਵੀ ਸੋਸ਼ਲ ਡਿਸਟੈਂਸਿੰਗ ਦੇ ਨੋਰਮਸ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਸੀਟਿੰਗ ਪਲਾਨ ਬਣੇਗਾ, ਔਰ ਇਹ ਐਗਜ਼ਾਮ ਕੰਪਿਊਟਰ ਸੈਂਟਰਸ ਦੇ ਵਿੱਚ ਹੋਏਗਾ, ਜਿਹਦੇ 'ਚ ਕਿ ਔਨਲਾਈਨ ਪ੍ਰੋਕਟਰਿੰਗ ਹੋਏਗੀ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਐਡ ਕੀਤਾ ਗਿਆ। ਕੋਈ ਵੀ ਇੱਕ ਐਟ ਏ ਟਾਈਮ 'ਤੇ ਇੱਕ ਸਟੂਡੈਂਟ ਨੂੰ ਇੱਕੋ ਹੀ ਕੁਐਸਚਨ ਆਪਣੀ ਸਕਰੀਨ ਦੇ ਉੱਪਰ ਨਜ਼ਰ ਆਏਗਾ। ਜੇ ਉਹ ਉਸ ਕੁਐਸਚਨ ਨੂੰ ਅਟੈਂਪਟ ਕਰਨਾ ਚਾਹੁੰਦਾ ਤਾਂ ਕਰੇਗਾ, ਅਦਰਵਾਈਜ਼ ਉਹਨੂੰ ਸਕਿਪ ਕਰਕੇ ਨੈਕਸਟ ਕੁਐਸਚਨ 'ਤੇ ਮੂਵ ਕਰ ਜਾਏਗਾ। ਤੇ ਇਹਦਾ ਕੋਈ ਪਾਰਟਿਕੂਲਰ ਟਾਈਮ ਵੀ ਹੋਏਗਾ ਸੋਲਵ ਕਰਨ ਦਾ? ਇਹਦਾ ਟਾਈਮ ਕਰਨ ਦਾ ਕੁਐਸਚਨ ਦਾ ਸੋਲਵ ਕਰਨ ਦਾ ਇੱਕ ਸਮਾਂ ਮਿਥਿਆ ਜਾਏਗਾ, ਔਰ ਬੱਚਿਆਂ ਦਾ ਐਗਜ਼ਾਮ ਇਸ ਤਰੀਕੇ ਸਰਕਾਰ ਸਾਡੀ ਯੂਨੀਵਰਸਿਟੀ ਇਹ ਪਲਾਨਿੰਗ ਕਰ ਰਹੀ ਹੈ ਕਿ ਜੇ ਕੋਈ ਸਟੂਡੈਂਟਸ ਮੰਨ ਲਓ ਕਿ ਉਹ ਚੰਡੀਗੜ੍ਹ ਦਾ ਕੋਈ ਬੱਚਾ ਹੈ ਔਰ ਉਹ ਜਲੰਧਰ ਦੇ ਕਿਸੇ ਸੰਸਥਾ 'ਚ ਪੜ੍ਹ ਰਿਹਾ ਹੈ, ਅਤੇ ਉਹ ਜੇ ਉਹ ਰਹਿਣ ਵਾਲਾ ਚੰਡੀਗੜ੍ਹ ਦਾ ਹੈ, ਭਾਵੇਂ ਉਹ ਜਲੰਧਰ ਦੀ ਕਿਸੇ ਸੰਸਥਾ ਦਾ ਹੈ, ਤਾਂ ਉਹਨੂੰ ਚੰਡੀਗੜ੍ਹ ਹੀ ਕੋਈ ਸੈਂਟਰ ਅਲੋਟ ਕਰਤਾ ਜਾਏਗਾ। ਹਰ ਇੱਕ ਸਟੂਡੈਂਟ ਨੂੰ ਉਹਨਾਂ ਦੀ ਲੋਕੇਸ਼ਨ ਪੁੱਛੀ ਜਾ ਰਹੀ ਹੈ, ਔਰ ਉਹਦੀ ਲੋਕੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਉਸ ਬੱਚੇ ਨੂੰ ਉਹਦਾ ਨੀਅਰੈਸਟ ਕੋਈ ਐਗਜ਼ਾਮੀਨੇਸ਼ਨ ਸੈਂਟਰ ਜਿਹੜਾ ਹੈ ਉਹ ਐਲੋਕੇਟ ਕਰਤਾ ਜਾਏਗਾ। ਔਰ ਇਹਦੇ 'ਚ ਕੋਈ ਵੀ ਚੀਟਿੰਗ ਕਰਨ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਜੇ ਆਪਣੇ ਬਰਾਊਜ਼ਰ 'ਤੇ ਕੋਈ ਸਟੂਡੈਂਟ ਉਸ ਕੁਐਸਚਨ ਪੇਪਰ ਤੋਂ ਇਲਾਵਾ ਹੋਰ ਅਗਰ ਕੋਈ ਵੀ ਚੀਜ਼ ਐਕਸੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਇਮੀਡੀਏਟਲੀ ਇੱਕ ਅਲਰਟ ਜਿਹੜਾ ਹੈ ਉਹ ਐਗਜ਼ਾਮੀਨੇਸ਼ਨ ਸੈਂਟਰ ਨੂੰ ਪਹੁੰਚ ਜਾਏਗਾ, ਔਰ ਉੱਥੇ ਇਨਵਿਜੀਲੇਟਿੰਗ ਸਟਾਫ ਵੀ ਰਿਕਰੂਟ ਕੀਤਾ ਜਾਏਗਾ, ਜਿਹੜਾ ਕਿ ਉਸ ਕੰਪਿਊਟਰ ਸੈਂਟਰ 'ਚ ਹੋਏਗਾ, ਜਿਹੜਾ ਇਨਵਿਜੀਲੇਟ ਕਰੇਗਾ, ਔਰ ਬਿਲਕੁਲ ਇੱਕ ਟਰਾਂਸਪੇਰੈਂਟ ਤਰੀਕੇ ਨਾਲ ਔਨਲਾਈਨ ਐਗਜ਼ਾਮੀਨੇਸ਼ਨ ਜਿਹੜਾ ਹੈ ਉਹ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਪਲਾਨ ਕਰ ਰਹੀ ਹੈ। ਔਰ ਮੇਰਾ ਖਿਆਲ ਹੈ ਕਿ ਸ਼ਾਇਦ ਇਹ ਵਾਹਿਦ ਯੂਨੀਵਰਸਿਟੀ ਹੋਏਗੀ ਪੰਜਾਬ 'ਚ ਜਿਹੜੀ ਕਿ ਔਨਲਾਈਨ ਐਗਜ਼ਾਮੀਨੇਸ਼ਨ ਨੂੰ ਪਹਿਲਾਂ ਤਰਜੀਹ 'ਤੇ ਕਰਾ ਰਹੀ ਹੈ। ਸਰ, ਜੇਕਰ ਗੱਲ ਕਰੀਏ ਹਾਲ ਹੀ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇੱਕ ਬਹੁਤ ਵੱਡਾ ਪੈਕੇਜ ਜਿਹੜਾ ਹੈ ਉਹ 20 ਲੱਖ ਕਰੋੜ ਰੁਪਏ ਦਾ ਪੈਕੇਜ, ਜਿਹਨੂੰ ਕਿ 10% ਲਗਭਗ ਜਿਹੜੀ ਇੰਡੀਅਨ GDP ਹੈ ਉਸਦੇ 10% ਹੈ ਬੇਸਿਕਲੀ ਇੰਡੀਅਨ GDP ਦਾ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਬਹੁਤ ਸਾਰੇ ਸੈਕਟਰਸ ਹੈ, ਭਾਵੇਂ MSMEs ਨੇ ਜਾਂ ਕਿਸਾਨ ਨੇ ਜਾਂ ਲੇਬਰ ਹੈ, ਉਹਨਾਂ ਨੂੰ ਜਿਹੜੀ ਹੈ ਹੋਰ ਫਾਈਨੈਂਸ ਸੈਕਟਰਸ, ਬਹੁਤ ਸੈਕਟਰਸ ਅਜਿਹੇ ਨੇ ਜਿਨ੍ਹਾਂ ਨੂੰ ਫਾਇਦਾ ਦੇਣ ਦੀ ਇਸ ਪੈਕੇਜ ਦੇ ਥਰੂ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ 'ਤੇ ਕਹਿੰਦੇ ਕਿ ਭਾਰਤ ਦੀ ਜਿਹੜੀ ਇਕੋਨਮੀ ਹੈ ਉਹ ਟਿਕੀ ਹੋਈ ਹੈ। ਤੁਹਾਨੂੰ ਕੀ ਲੱਗਦਾ ਕਿ ਇਸ ਜਿਹੜਾ ਪੈਕੇਜ ਹੈ ਜਿਹੜਾ ਦਿੱਤਾ ਗਿਆ ਹੈ, ਇਹ ਪੈਕੇਜ ਜਿਹੜੇ ਇੰਸਟੀਟਿਊਸ਼ਨਸ ਇਸ ਵੇਲੇ ਕਈ ਵਾਰੀ ਕੁਛ ਇੰਸਟੀਟਿਊਸ਼ਨ ਇਕੋਨਮਿਕਲ ਨੁਕਸਾਨ 'ਚੋਂ ਵੀ ਨਿਕਲਦੇ ਪਏ ਨੇ, ਉਹਨਾਂ ਨੂੰ ਕਿਸੇ ਤਰੀਕੇ ਫਾਇਦਾ ਹੋ ਸਕਦਾ ਇਸ ਪੈਕੇਜ ਦਾ? ਤੁਸੀਂ ਬਹੁਤ ਰੈਲੇਵੈਂਟ ਇੱਕ ਸਵਾਲ ਉਠਾਇਆ ਹੈ। ਅਸੀਂ ਟੀਚਰ ਨੂੰ ਇੱਕ ਨੇਸ਼ਨ ਬਿਲਡਰ ਕਹਿੰਦੇ ਹਾਂ। ਐਜੂਕੇਸ਼ਨ ਇੱਕ ਸਟੇਟ ਡਿਊਟੀ ਹੈ, ਪਰ ਤੁਸੀਂ ਦੇਖੋਗੇ ਕਿ ਹਾਇਰ ਐਜੂਕੇਸ਼ਨ 'ਚ ਸਿਰਫ 20% ਜਿਹੜੀ ਸਟੂਡੈਂਟਸ ਨੇ ਉਹਨਾਂ ਦੀ ਪੜ੍ਹਾਈ ਦਾ ਜ਼ਿੰਮਾ ਜਿਹੜਾ ਹੈ ਉਹ ਸਰਕਾਰਾਂ ਨੇ ਚੱਕਿਆ ਹੈ। 80% ਦੇ ਕਰੀਬ ਜਿਹੜੇ ਸਟੂਡੈਂਟਸ ਨੇ ਉਹ ਪ੍ਰਾਈਵੇਟ ਹਾਇਰ ਐਜੂਕੇਸ਼ਨ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ 'ਚ ਪੜ੍ਹ ਰਹੇ ਹਨ। ਸਰਕਾਰ ਨੂੰ 2 ਸੈਕਟਰਸ ਨੇ ਜਿਨ੍ਹਾਂ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ, ਔਰ ਉਹਨਾਂ 'ਚ ਇਨਵੈਸਟਮੈਂਟ ਬਹੁਤ ਘੱਟ ਹੈ, ਕਿਉਂਕਿ ਉਹਨਾਂ 'ਚ ਸਰਕਾਰ ਨੂੰ ਕੋਈ ਸਿੱਧੇ ਤੌਰ 'ਤੇ ਕੋਈ ਰਿਟਰਨ ਨਜ਼ਰ ਨਹੀਂ ਆਉਂਦੀ,
ਉਹ ਹੈ, ਇੱਕ ਹੈ ਐਜੂਕੇਸ਼ਨ ਔਰ ਦੂਸਰਾ ਹੈ ਹੈਲਥ ਕੇਅਰ। ਇਹ ਕਿਸੇ ਵੀ ਸਟੇਟ ਦੀ ਜਿਹੜੀ ਸਮਰਿੱਧੀ ਹੈ ਉਹ ਦੋ ਚੀਜ਼ਾਂ ਤੋਂ ਪਤਾ ਲੱਗਦੀ ਹੈ, ਉਹ ਸਟੇਟ ਦੇ ਹੈਲਥ ਐਜੂਕੇਸ਼ਨ ਸਿਸਟਮ ਤੋਂ, ਹੈਲਥ ਕੇਅਰ ਸਿਸਟਮ ਤੋਂ ਔਰ ਐਜੂਕੇਸ਼ਨ ਸਿਸਟਮ ਤੋਂ। ਔਰ ਇਹ ਬੜੀ ਮਾੜੀ ਗੱਲ ਹੈ ਕਿ ਪੰਜਾਬ 'ਚ ਹੈਲਥ ਕੇਅਰ ਦੇ ਨਾਮ 'ਤੇ ਜਾਂ ਐਜੂਕੇਸ਼ਨ ਸਿਸਟਮ, ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਨਾਮ 'ਤੇ ਸਰਕਾਰ ਵੱਲੋਂ ਕੋਈ ਵੀ ਵੱਡੇ ਜਿਹੜੇ ਇੰਸਟੀਟਿਊਸ਼ਨਸ ਹਨ ਉਹ ਨਹੀਂ ਹਨ। ਜੇ ਅਸੀਂ ਇੰਜੀਨੀਅਰਿੰਗ ਦੀ ਗੱਲ ਹੀ ਕਰੀਏ ਤਾਂ ਸਰਕਾਰ 'ਚ, ਜਾਂ ਪ੍ਰੋਫੈਸ਼ਨਲ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਰਕਾਰ ਦੇ ਸਿਰਫ ਦੋ ਹੀ ਇੰਸਟੀਟਿਊਸ਼ਨਸ ਹਨ, ਉਹ ਵੀ ਦੋਨੋਂ ਸੈਂਟਰ ਗੌਰਮੈਂਟ ਦੇ ਹਨ। IIT ਜਾਂ NIT ਦੋਨੋਂ ਹੀ ਸਰਕਾਰ ਦੇ ਸੈਂਟਰਲ ਗੌਰਮੈਂਟ ਦੇ ਇੰਸਟੀਟਿਊਸ਼ਨਸ ਹਨ। ਸਟੇਟ ਗੌਰਮੈਂਟ ਦਾ ਕੋਈ ਵੀ ਵੱਡਾ ਇੰਸਟੀਟਿਊਸ਼ਨ ਨਹੀਂ ਹੈ ਜਿਹੜਾ ਕਿ ਸਟੂਡੈਂਟਸ ਦੇ ਲਈ ਇੱਕ ਫਸਟ ਪ੍ਰੈਫਰੈਂਸ ਇੰਸਟੀਟਿਊਸ਼ਨ ਹੋਵੇ। ਜੇ ਅਸੀਂ ਮੈਡੀਕਲ ਹੈਲਥ ਕੇਅਰ ਦੀ ਗੱਲ ਕਰੀਏ ਤਾਂ PGI ਹੀ ਇੱਕ ਇੰਸਟੀਟਿਊਸ਼ਨ ਹੈ ਜਿਹੜਾ ਸਭ ਨੂੰ ਨਜ਼ਰ ਆਉਂਦਾ ਹੈ, ਜਿਹੜਾ ਕਿ ਚੰਡੀਗੜ੍ਹ 'ਚ ਹੈ, ਪੰਜਾਬ 'ਚ ਨਹੀਂ ਹੈ। ਪੰਜਾਬ 'ਚ ਇੱਕ ਵੀ ਪੰਜਾਬ ਗੌਰਮੈਂਟ ਦਾ ਇੱਕ ਹੈਲਥ ਕੇਅਰ ਸੈਂਟਰ ਨਹੀਂ ਹੈ ਜਾਂ ਇੰਸਟੀਟਿਊਸ਼ਨ ਨਹੀਂ ਹੈ ਜਿਹਦੇ 'ਚ ਕੋਈ ਖਾਸ ਤੌਰ 'ਤੇ ਰਿਸਰਚ ਹੁੰਦੀ ਹੋਵੇ ਜਾਂ ਕੋਈ ਵੀ ਆਦਮੀ ਆਪਣੇ ਟਰੀਟਮੈਂਟ ਲਈ ਉਸ ਇੰਸਟੀਟਿਊਸ਼ਨ 'ਚ ਜਾਣਾ ਚਾਹੇ। ਸੋ ਮੈਂ ਸਮਝਦਾ ਕਿ ਇਹਨਾਂ ਸਾਰੇ ਪੈਕੇਜਸ ਦੇ ਵਿੱਚ ਹੈਲਥ ਜਿਹੜੀ ਐਜੂਕੇਸ਼ਨ ਹੈ, ਔਰ ਬੜੀ ਮੰਦਭਾਗੀ ਗੱਲ ਹੈ ਕਿ ਸੈਂਟਰ ਗੌਰਮੈਂਟ ਨੇ ਵੀ ਜਿਹੜੀ ਹੈ ਆਪਣੀ ਰਾਹਤ ਸਕੀਮਾਂ ਕੱਢੀਆਂ ਹਨ, ਇਕਨੋਮਿਕ ਪੈਕੇਜਸ ਦਿੱਤੇ ਹਨ, ਉਹਦੇ ਵਿੱਚ ਐਜੂਕੇਸ਼ਨ ਦਾ ਕਿਤੇ ਕੋਈ ਸਕੋਪ ਨਹੀਂ ਰੱਖਿਆ, ਜੋ ਕਿ ਬਹੁਤ ਲਾਜ਼ਮੀ ਹੈ। ਜੇ ਸਰਕਾਰ ਸਮਝਦੀ ਹੈ ਕਿ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨਸ ਹਨ ਉਹ ਸਟੇਟ ਦੀ ਡਿਊਟੀ ਪਰਫੋਰਮ ਕਰ ਰਹੇ ਹਨ ਤਾਂ ਸਰਕਾਰ ਨੂੰ ਇਹ ਚਾਹੀਦਾ ਕਿ ਜਿਹੜੇ ਵੀ ਪ੍ਰਾਈਵੇਟ ਇੰਸਟੀਟਿਊਸ਼ਨਸ ਹਨ, ਹਾਇਰ ਐਜੂਕੇਸ਼ਨ ਦੇ ਇੰਸਟੀਟਿਊਸ਼ਨਸ ਹਨ, ਇਹਨਾਂ ਨੂੰ ਵੀ ਇਹ ਇਕਨੋਮਿਕ ਪੈਕੇਜ 'ਚ ਕੰਸੀਡਰ ਕਰੇ। ਔਰ ਸਰਕਾਰ ਇਸ ਤਰ੍ਹਾਂ ਦਾ ਕਿਉਂ ਨਹੀਂ ਕਰਦੀ ਕਿ ਜੇ ਟੀਚਰਸ ਪ੍ਰਾਈਵੇਟ ਇੰਸਟੀਟਿਊਸ਼ਨਸ ਨੇ ਰਿਕਰੂਟ ਕੀਤੇ ਹਨ ਬੱਚਿਆਂ ਦੀ ਪੜ੍ਹਾਈ ਲਈ, ਅਤੇ ਉਹਦੇ ਵਿੱਚ ਕੁਝ ਸ਼ੇਅਰ ਜਿਹੜਾ ਹੈ ਉਹ ਉਹਨਾਂ ਦੀ ਸੈਲਰੀ ਦਾ ਜਾਂ ਕੁਛ ਰਿਸਰਚ ਦੇ ਜਿਹੜੇ ਇੰਸਟਰੂਮੈਂਟਸ ਹੈ ਜਾਂ ਇਕੁਇਪਮੈਂਟਸ ਹੈ ਜਾਂ ਫੈਸਿਲਿਟੀਜ਼ ਕ੍ਰੀਏਟ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਇਸਟੈਬਲਿਸ਼ ਕਰਨ ਲਈ ਸਰਕਾਰ ਕੁਝ ਫੰਡ ਕੰਟਰੀਬਿਊਟ ਕਰੇ। ਅਤੇ ਮੈਂ ਸਮਝਦਾ ਕਿ ਜੇ ਸਰਕਾਰ ਇਹ ਸੋਚ ਲਏ ਕਿ ਜਿਹੜੇ ਟੀਚਰਸ ਦੀ ਸੈਲਰੀ ਹੈ ਜੇ 100% ਨਹੀਂ ਤਾਂ ਅਸੀਂ 25%, 30% ਜਿਹੜੀ ਟੀਚਰਸ ਦੀ ਸੈਲਰੀ ਹੈ ਉਹ ਸਰਕਾਰ ਕੰਟਰੀਬਿਊਟ ਕਰੇਗੀ। ਜਿਹੜੇ ਇੰਸਟੀਟਿਊਸ਼ਨ ਕੋਈ ਰਿਸਰਚ ਫੈਸਿਲਿਟੀਜ਼ ਕ੍ਰੀਏਟ ਕਰਨਾ ਚਾਹੁੰਦੇ ਹਨ ਉਹਨਾਂ 'ਚ ਵੀ 25-30% ਅਗਰ ਸਰਕਾਰ ਆਪਣਾ ਹਿੱਸਾ ਪਾਵੇ ਤਾਂ ਮੈਂ ਸਮਝਦਾ ਕਿ ਪ੍ਰਾਈਵੇਟ ਸੈਕਟਰ ਜਿਹੜੀ ਸਟੇਟ ਦੀ ਡਿਊਟੀ ਹੈ ਉਹਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਨਿਭਾ ਸਕਦੇ ਹਨ। ਔਰ ਸਰਕਾਰ ਨੂੰ ਇਸ ਬਾਰੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ ਕਿ ਜਿਹੜੇ ਇਹ ਇਕਨੋਮਿਕ ਪੈਕੇਜਸ ਲਾਂਚ ਕੀਤੇ ਜਾ ਰਹੇ ਹਨ ਉਹਨਾਂ ਵਿੱਚ ਜਿਹੜਾ ਐਜੂਕੇਸ਼ਨ ਸੈਗਮੈਂਟ ਹੈ ਉਹਨੂੰ ਜ਼ਰੂਰ ਧਿਆਨ 'ਚ ਰੱਖਿਆ ਜਾਏ। ਅਸੀਂ ਜਿਹੜੇ ਕਰੋਨਾ ਵਾਰੀਅਰਸ ਨੂੰ ਅਸੀਂ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ, ਤਾਲੀ ਵਜਾ ਕੇ, ਦੀਵੇ ਜਗਾ ਕੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕੀਤਾ। ਸਾਰੇ ਪੁਲਿਸ ਪਰਸੋਨਲ, ਹੈਲਥ ਕੇਅਰ ਸਿਸਟਮ 'ਚ ਜੁੜੇ ਹੋਏ ਲੋਕ ਸਭ ਨੇ ਬਹੁਤ ਅੱਛਾ ਕੰਮ ਕੀਤਾ ਔਰ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਵੀ ਕੀਤਾ। ਇੰਡਸਟਰੀਜ਼ ਬੰਦ ਹੋ ਗਈਆਂ ਸੀ, ਦੂਸਰੇ ਕੰਮ ਬੰਦ ਹੋ ਗਏ ਸੀ। ਇਹ ਕੁਛ ਹੀ ਡਿਪਾਰਟਮੈਂਟ ਸੀ ਜਿਨ੍ਹਾਂ ਨੇ ਇਹਨਾਂ ਦੋਵਾਂ ਤੋਂ ਇਲਾਵਾ ਹੋਰ ਕੰਮ ਕੀਤਾ। ਉਹਨਾਂ 'ਚੋਂ ਇੱਕ ਸੀ ਮੀਡੀਆ ਔਰ ਇੱਕ ਸੀਗੇ ਦੇਸ਼ ਦੇ ਟੀਚਰਸ, ਜਿਹੜੇ ਘਰ ਬੈਠੇ ਵੀ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਔਰ ਉਹਨਾਂ ਨੇ ਆਪਣੀ ਡਿਊਟੀ ਤੋਂ ਗੁਰੇਜ਼ ਨਹੀਂ ਕੀਤੀ। ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਸਮਝਦੇ ਹਾਂ ਕਿ ਟੀਚਰਸ ਨੂੰ ਪਿਛਲੇ 3 ਮਹੀਨੇ ਤੋਂ 4 ਮਹੀਨੇ ਤੋਂ ਸੈਲਰੀਜ਼ ਨਹੀਂ ਮਿਲੀਆਂ ਹਨ। ਉਹ ਬਿਨਾਂ ਸੈਲਰੀਜ਼ ਲਿੱਤੇ ਵੀ ਆਪਣੇ ਘਰੋਂ ਹੀ ਪੜ੍ਹਾ ਰਹੇ ਹਨ ਔਰ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਸੇਵਾ ਹੈ, ਉਹਨਾਂ ਦੀ ਜਿਹੜੀ ਐਫਰਟ ਹੈ, ਉਹਦੇ ਨਾਲ ਬਹੁਤ ਜ਼ਿਆਦਾ ਅਣਦੇਖੀ ਹੋ ਰਹੀ ਹੈ। ਜਿਹੜੀਆਂ ਛੋਟੀਆਂ ਮੈਨੇਜਮੈਂਟਸ ਹਨ, ਪ੍ਰਾਈਵੇਟ ਮੈਨੇਜਮੈਂਟਸ ਹਨ, ਉਹਨਾਂ ਦੇ ਹੱਥ ਖੜ੍ਹੇ ਹਨ ਕਿਉਂਕਿ ਉਹਨਾਂ ਨੂੰ ਸਰਕਾਰ ਕੋਲੋਂ ਪਿਛਲੇ 3 ਸਾਲਾਂ ਤੋਂ ਜਿਹੜੇ ਬੱਚੇ ਉਹ ਪੜ੍ਹਾ ਚੁੱਕੇ ਹਨ ਉਹਨਾਂ ਦਾ ਪੋਸਟ ਮੈਟ੍ਰਿਕ ਸਕੋਲਰਸ਼ਿਪ ਸਕੀਮ ਵਾਲਾ ਪੈਸਾ ਵੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਹੈ। ਔਰ ਉਹ ਆਪਣੀ ਜਗ੍ਹਾ ਸੱਚੇ ਹਨ ਕਿ ਜੇ ਬੱਚਿਆਂ ਦੇ ਕੋਲੋਂ ਫੀਸਾਂ ਨਹੀਂ ਆ ਰਹੀਆਂ ਜਾਂ ਸਰਕਾਰ ਦੇ ਕੋਲੋਂ ਜਿਹੜਾ ਉਹਨਾਂ ਦਾ ਮਿੱਥਿਆ ਹੋਇਆ ਪੈਸਾ, ਅਪਰੂਵਡ ਪੈਸਾ ਜਿਹੜਾ ਕਿ ਉਹਨਾਂ ਦੇ ਹੱਕ ਦਾ ਬਣਦਾ ਹੈ,
ਉਹ ਵੀ ਨਹੀਂ ਮਿਲਿਆ ਹੈ। ਉਹਨਾਂ ਦੇ ਜੇਬ ਖਾਲੀ ਹਨ ਔਰ ਉਹ ਟੀਚਰਸ ਨੂੰ ਸੈਲਰੀ ਨਹੀਂ ਪੇ ਕਰ ਪਾ ਰਹੇ ਹਨ ਔਰ ਟੀਚਰਸ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਬਿਨਾਂ ਸੈਲਰੀ ਲਿੱਤੇ ਉਹ ਘਰ ਬੈਠੇ ਆਪਣੇ ਬੱਚਿਆਂ ਨੂੰ ਪੜ੍ਹਾਵੇ ਵੀ। ਔਰ ਉਸ ਤੋਂ ਇਲਾਵਾ ਕਈ ਲੋਕ ਟੀਚਰਸ ਦੇ ਪੜ੍ਹਾਉਣ ਦੇ ਤਰੀਕੇ ਨੂੰ, ਆਨਲਾਈਨ ਪੜ੍ਹਾਉਣ ਦੇ ਤਰੀਕੇ ਨੂੰ ਕ੍ਰਿਟੀਸਾਈਜ਼ ਵੀ ਕਰ ਰਹੇ ਹਨ। ਮੇਰੀ ਉਹਨਾਂ ਸਭ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਕੁਝ ਟੀਚਰਸ ਬਜ਼ੁਰਗ ਹਨ, ਉਹਨਾਂ ਨੇ ਉਹ ਜ਼ਿਆਦਾ ਹਾਈ ਟੈਕ ਨਹੀਂ ਹਨ, ਪਰ ਉਹ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਬਹੁਤ ਸਾਰੇ ਟੀਚਰਸ ਐਸੇ ਹਨ ਜਿਨ੍ਹਾਂ ਨੇ ਕਲਾਸਰੂਮ 'ਚ ਹੀ ਬੱਚਿਆਂ ਦੇ ਨਾਲ ਗੁਰੂ ਸ਼ਿਸ਼ਯ ਪਰੰਪਰਾ ਦੇ ਨਾਲ ਹੀ ਪੜ੍ਹਾਇਆ ਹੈ, ਫਿਜ਼ੀਕਲੀ ਬੱਚਿਆਂ ਦੇ ਸਾਹਮਣੇ ਆ ਕੇ ਉਹਨਾਂ ਨੂੰ ਪੜ੍ਹਾਇਆ ਹੈ, ਪਰ ਆਨਲਾਈਨ ਐਜੂਕੇਸ਼ਨ ਦੇ ਤਰੀਕਿਆਂ ਤੋਂ ਉਹ ਜ਼ਿਆਦਾ ਵਾਕੂ ਨਹੀਂ ਸਨ। ਔਰ ਉਹ ਜੇ ਅਗਰ ਸਿੱਖ ਰਹੇ ਹਨ ਤਾਂ ਉਹਨਾਂ ਨੂੰ ਕ੍ਰਿਟੀਸਾਈਜ਼ ਨਾ ਕੀਤਾ ਜਾਵੇ। ਉਹ ਜੋ ਸਿੱਖ ਰਹੇ ਹਨ, ਜੋ ਕਰ ਰਹੇ ਹਨ, ਉਸ ਦੇ ਲਈ ਉਹਨਾਂ ਨੂੰ ਐਨਕਰੇਜ ਕੀਤਾ ਜਾਏ, ਨਾ ਕਿ ਉਹਨਾਂ ਨੂੰ ਡਿਸਕਰੇਜ ਕੀਤਾ ਜਾਏ। ਔਰ ਟੀਚਰਸ ਨੂੰ ਔਰ ਇੰਸਟੀਟਿਊਸ਼ਨਸ ਨੂੰ ਕੋਈ ਨਾ ਕੋਈ ਇਕਨੋਮਿਕ ਪੈਕੇਜ ਦਾ ਹਿੱਸਾ ਜ਼ਰੂਰ ਬਣਾਇਆ ਜਾਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਜਿਹੜਾ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਜਿਹੜੀਆਂ ਪ੍ਰੋਬਲਮਸ ਖਾਸ ਕਰਕੇ ਇੰਸਟੀਟਿਊਸ਼ਨਸ ਜਾਂ ਕਾਲਜਸ ਨੂੰ ਆਈਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ, ਸਟੂਡੈਂਟਸ ਨੂੰ ਜੋ ਪ੍ਰੋਬਲਮ ਆਈਆਂ ਉਹ ਸਾਂਝੀਆਂ ਕੀਤੀਆਂ, ਅਤੇ ਨਾਲ ਹੀ ਨਾਲ ਸਰਕਾਰ ਕੋਲੋਂ ਜਿਹੜੀ ਤੁਸੀਂ ਮੰਗ ਰੱਖੀ ਹੈ ਕਿ ਇਕਨੋਮਿਕ ਪੈਕੇਜ ਜਿਹੜਾ ਟੀਚਰਸ ਲਈ ਵੀ ਆਉਣਾ ਚਾਹੀਦਾ ਜਾਂ ਹੋਰ ਫੈਸਿਲਿਟੀਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ। ਉਮੀਦ ਆ ਉਹ ਤੁਹਾਡੀ ਜਿਹੜੀ ਮੰਗ ਹੈ ਸਰਕਾਰ ਤੱਕ ਜ਼ਰੂਰ ਪਹੁੰਚੇਗੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ। ਸੋ ਇਸ ਸਨ ਸਾਡੇ ਨਾਲ ਡਾਕਟਰ ਮਨੋਜ ਕੁਮਾਰ, ਜੋ ਕਿ DAV ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਪ੍ਰਿੰਸੀਪਲ ਨੇ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਟੂਡੈਂਟਸ ਨੂੰ ਪ੍ਰੋਬਲਮ ਆਈਆਂ। ਡਿਜੀਟਲ ਡਿਵਾਈਡ ਜਿਹੜਾ ਮਤਲਬ ਬਹੁਤ ਸਾਰੇ ਸਟੂਡੈਂਟਸ ਅਜਿਹੇ ਸਨ ਜਿਨ੍ਹਾਂ ਨੂੰ ਆਨਲਾਈਨ ਸਟੱਡੀਜ਼ ਕਰਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ, ਬਟ ਉਹਨਾਂ ਕੋਲ ਡਿਜੀਟਲ ਡਿਵਾਈਸਿਸ ਨਾ ਹੋਣ ਕਰਕੇ ਉਹ ਇਸ ਸਟੱਡੀ ਤੋਂ ਵਾਂਝੇ ਰਹੇ। ਅਤੇ ਨਾਲ ਹੀ ਨਾਲ ਉਹਨਾਂ ਨੇ ਸਰਕਾਰ ਤੋਂ ਇਹ ਦਰਖਾਸਤ ਵੀ ਕੀਤੀ ਹੈ ਕਿ ਜਿਹੜੇ ਟੀਚਰਸ ਇਹਨਾਂ ਲੋਕਡਾਊਨ ਦੇ ਦੌਰਾਨ ਆਨਲਾਈਨ ਸਟੱਡੀ ਕਰਵਾ ਰਹੇ ਸਨ ਉਹਨਾਂ ਦੀ ਐਪਰੀਸੀਏਸ਼ਨ ਵੀ ਜ਼ਰੂਰ ਬਣਦੀ ਹੈ। ਅਤੇ ਨਾਲ ਹੀ ਨਾਲ ਇਹ ਜਿਹੜੇ ਟੀਚਰਸ ਬਿਨਾਂ ਫੀਸ ਬਿਨਾਂ ਆਪਣੀ ਸੈਲਰੀ ਦਿੱਤਿਆਂ ਪੜ੍ਹਾ ਰਹੇ ਸਨ, ਉਹਨਾਂ ਦੇ ਲਈ ਸਰਕਾਰ ਨੂੰ ਇੱਕ ਇਕਨੋਮਿਕਲ ਪੈਕੇਜ ਵੀ ਜ਼ਰੂਰ ਦੇਣਾ ਚਾਹੀਦਾ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ TV ਜਲੰਧਰ ਤੋਂ।